स्वागत है दोस्तों तुहाडा अपना साझा पंजाब टीवी ते मैं हाँ भुपिंदर सिंह सज्जन। दोस्तों तुसीं देखिया पिछले दिनी सोशल मीडिया के उपर एक वीडियो बहुत ही ज़्यादा वायरल हुई। एक मुसलमान लड़की जिन्हें हिजाब पहनिया होया और वो करनाटक के स्कूल दे विच कॉलेज दे विच बहुत सारे भगवाधारी गुंडे उन्होंने घेर के खड़े ने और उन्होंने जलील करने की कोशिश की जा रही है। इत्थे बस नहीं हैगी, उन्होंने घेर के उस तो बाद जय श्री राम दे नारे लाउंदे आ, जय श्री राम जय श्री राम जय श्री राम। मैं ਜਿਹੜੇ ਭਗਵੇਂ ਗੁੰਡੇ ਧਾਰੀ ਹੈਗੇ ਨੇ ਜਿਨ੍ਹਾਂ ਨੂੰ ਲੱਗਦਾ ਹੋਊਗਾ ਕਿ ਹਾਂ ਵੀ ਇਹ ਸਾਡੇ ਹੀ ਧਰਮ ਦੇ ਬੰਦੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਰਾਮਚੰਦਰ ਜੀ ਬਹੁਤ ਖੁਸ਼ ਹੁੰਦੇ ਹੋਣਗੇ ਇਸ ਤਰੀਕੇ ਦੇ ਨਾਲ ਕਿਸੇ ਕੱਲੀ ਕੁੜੀ ਨੂੰ ਘੇਰ ਕੇ ਤੇ ਉਹਨੂੰ ਜੈ ਸ਼੍ਰੀ ਰਾਮ ਦੇ ਨਾਰੇ ਲਾ ਕੇ ਤੇ ਉਹਨੂੰ ਪਰੇਸ਼ਾਨ ਕਰਨਾ। ਸੋ ਇਸ ਕਿਸਮ ਦੀ ਘਟਨਾ ਵਾਪਰੀ ਹੈ। ਆ ਤੁਸੀਂ ਦੇਖ ਸਕਦੇ ਆ ਨੌਜਵਾਨ ਇੱਥੇ ਖੜੇ ਨੇ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਮਾਰਚ ਕੀਤਾ ਹੈਗਾ। ਇਸ ਨੌਜਵਾਨ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਜਿੱਥੇ ਨੌਜਵਾਨ ਸ਼ਾਮਲ ਹੋਏ ਉੱਥੇ ਸਿੱਖ ਭਾਈਚਾਰੇ ਦੇ, ਈਸਾਈ ਭਾਈਚਾਰੇ ਦੇ, ਸਾਰੇ ਹੀ ਦਲਿਤ ਭਾਈਚਾਰੇ ਦੇ ਲੋਕ ਇੱਥੇ ਇਕੱਠੇ ਹੋਏ। ਆ ਤੁਸੀਂ ਦੇਖੋ ਜੀ, ਆ ਹੀ ਹੈ ਉਹ ਲੜਕੀ। ਇਸ ਲੜਕੀ ਨੇ ਜਿਹੜੀ ਖਾਸ ਗੱਲ ਹੋਈ ਆ ਉਸ ਵੀਡੀਓ ਵਿੱਚ ਤੁਸੀਂ ਸਾਰਿਆਂ ਨੇ ਵੇਖੀ ਹੈ, ਪੂਰੀ ਦੁਨੀਆ ਨੇ ਵੇਖੀ ਹੈ। ਉਸ ਲੜਕੀ ਨੇ ਜੁਰਤ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ। ਉਹ ਜਿਹੜੇ ਭਗਵਾਧਾਰੀ ਗੁੰਡੇ ਸੀਗੇ, ਅੱਤਵਾਦੀ ਲਫ਼ਜ਼ ਬੋਲਿਆ ਜਾਵੇ ਤਾਂ ਉਹ ਵੀ ਮੈਨੂੰ ਲੱਗਦਾ ਮੁਨਾਸਬ ਹੋਊਗਾ, ਡਟ ਕੇ ਸਾਹਮਣਾ ਕੀਤਾ। ਔਰ ਜਿਹੜੀ ਖਾਸ ਗੱਲ ਆ, ਮੈਨੂੰ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਸੱਜਣਾਂ ਦੇ ਫੋਨ ਆਏ, ਉਹ ਕਹਿੰਦੇ ਕਰਨਾਟਕ ਜਾ ਕੇ ਆਓ, ਅਸੀਂ ਉਸ ਲੜਕੀ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ। ਜਿਹੜੀ ਖਾਸ ਗੱਲ ਆ ਜਿਹੜੀ ਸਾਰਿਆਂ ਦੇ ਮਨ ਨੂੰ ਟੁੰਬੀ ਉਹ ਸੀਗੀ, ਉਸ ਲੜਕੀ ਨੇ ਉਹਨਾਂ ਦਾ ਸਾਹਮਣਾ ਕਰਦਿਆਂ ਹੋਇਆਂ ਉਹਨੇ ਜਲਾਲਤ ਨੂੰ ਜਲਾਲਤ ਵਾਂਗ ਨਹੀਂ ਲਿਆ ਵੀ ਮੈਨੂੰ ਜਲੀਲ ਕੀਤਾ ਜਾ ਰਿਹਾ। ਉਹਨੇ ਅੱਲਾਹੂ ਅਕਬਰ ਦਾ ਨਾਰਾ ਲਾਇਆ ਜਿਹੜਾ ਕਿ ਉਹਦੇ ਧਾਰਮਿਕ ਅਕੀਦੇ ਨੂੰ ਬੁਲੰਦ ਕਰਦਾ ਹੈਗਾ। ਉਹਨੇ ਉਸ ਨਾਰੇ ਨੂੰ ਬਰਕਰਾਰ ਰੱਖਿਆ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਕੱਠੇ ਹੋ ਕੇ ਸੜਕਾਂ ਦੇ ਉੱਪਰ ਪ੍ਰਦਰਸ਼ਨ ਕੀਤਾ। ਆਪਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਨੋਬਲਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਉੱਥੇ ਘਟਨਾ ਵਾਪਰਦੀ ਹੈ, ਜਿਹੜੀ ਲੜਕੀ ਹੈਗੀ ਆ ਉਹਨੇ ਅੱਲਾਹੂ ਅਕਬਰ ਦਾ ਨਾਰਾ ਬੁਲੰਦ ਕਰਦਿਆਂ ਹੋਇਆ ਜਿੱਥੇ ਆਪਣਾ ਧਾਰਮਿਕ ਅਕੀਦਾ ਉਹਨੂੰ ਬਰਕਰਾਰ ਰੱਖਿਆ ਔਰ ਉੱਥੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਉਹਨੂੰ ਪਰੇਸ਼ਾਨ ਕਰ ਰਹੇ ਸੀਗੇ। ਦੇਖੋ, ਇਹ ਜਿਹੜੀ ਇਹ ਘਟਨਾ ਵਾਪਰੀ ਆ, ਇਹ ਜਿਹੜਾ ਇਹਨਾਂ ਹਿੰਦੂਤਵ ਦਾ ਚਿਹਰਾ ਆ, ਇਹ ਜਿਹੜੇ RSS ਤੇ BJP ਦਾ ਜਿਹੜੀ ਵਿਚਾਰਧਾਰਾ ਉਹਦਾ ਇਹਦੇ ਨਾਲ ਚਿਹਰਾ ਨੰਗਾ ਹੋਇਆ। ਉਹ ਇੱਥੇ ਦੇ ਹੋਰ ਕੌਮਾਂ ਪ੍ਰਤੀ ਕਿੱਦਾਂ ਦੀ ਭਾਵਨਾ ਰੱਖਦੇ ਆ, ਇਹ ਗੱਲ ਜ਼ਾਹਰ ਹੋਈ ਆ। ਜਦ ਕਿ ਇਹ ਪਹਿਲਾਂ ਵੀ ਬਹੁਤ ਸਾਰੇ ਜਗ੍ਹਾ 'ਤੇ ਗੱਲਾਂ ਜ਼ਾਹਰ ਹੁੰਦੀਆਂ ਰਹੀਆਂ, ਪਰ ਇਹ ਨੌਜਵਾਨਾਂ ਦੇ ਵਿੱਚ ਇਹ ਗੱਲ ਜਿਹੜੀ ਇਹ ਵਾਪਰੀ ਆ ਉਹ ਕਿਉਂਕਿ ਨਵੀਂ ਜਨਰੇਸ਼ਨ ਆ ਗਈ ਆ। ਜਿਹੜੇ ਪੁਰਾਣੇ ਜਿਹੜੇ ਹਿੰਦੂਤਵੀ ਲੀਡਰ ਆ ਉਹਨਾਂ ਨੇ ਆਪਣਾ ਜਿਹੜਾ ਮੈਸੇਜ ਆ ਜਾਂ ਆਪਣੀ ਵਿਚਾਰਧਾਰਾ ਉਹ ਅੱਗੇ ਕਨਵੇ ਕਰਤੀ ਆ, ਅਗਲਿਆਂ 'ਚ ਦੇਤੀ ਆ। ਤੇ ਦੂਸਰੇ ਪਾਸੇ ਜਿਹੜੀਆਂ ਦੂਜੀਆਂ ਕੌਮਾਂ ਆ ਨਾ, ਉਹ ਵੀ ਜਿਹੜੇ ਹੈਗੇ ਆ ਉਹ ਵੀ ਆਪਣੀ ਵਿਚਾਰਧਾਰਾ ਦੇ ਉੱਤੇ ਪਹਿਰਾ ਦੇ ਰਹੇ ਆ। ਤੇ ਜਿਸ ਤਰ੍ਹਾਂ ਉਹ ਬੱਚੀ ਨੇ ਜਾਂ ਉਹ ਭੈਣ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਸਾਹਮਣਾ ਕੀਤਾ, ਉਹ ਇੱਕ ਬਹੁਤ ਇੱਕ ਮਿਸਾਲੀਆ ਇਹ ਗੱਲ ਹੋਈ ਆ। ਤੇ ਇਹ ਇੱਕ ਚੰਗਾ ਹੋਇਆ ਵੀ ਇਹ ਜਿੱਦਾਂ ਉਹਨਾਂ ਨੇ ਤਾਕਤ ਦਿੱਤੀ ਆ ਆਪਣੇ ਨੌਜਵਾਨਾਂ ਨੂੰ, ਤੇ ਇੱਧਰ ਪਰਮਾਤਮਾ ਨੇ, ਅੱਲਾ ਨੇ ਵੀ ਉਹਨਾਂ ਦਾ ਸਾਹਮਣਾ ਕਰਨ ਦੇ ਲਈ ਬੱਚਿਆਂ ਨੂੰ ਆਪਣਿਆਂ ਨੂੰ ਇਹ ਤਾਕਤ ਦਿੱਤੀ ਆ। ਤੇ ਅਸੀਂ ਇਹਨਾਂ ਤਾਕਤਾਂ ਦੇ ਅੱਗੇ ਅਸੀਂ ਕੋਈ ਝੁਕਣ ਵਾਲੇ ਨਹੀਂ ਹੈਗੇ, ਕੋਈ ਵੀ ਨਹੀਂ ਝੁਕੂਗਾ ਇਹਨਾਂ ਦੇ ਅੱਗੇ। ਭਲਾ ਇਹ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਜੰਗ ਆ, ਜਿਹੜੀ ਜਿੱਥੇ ਕੌਮਾਂ ਦੇ ਖਿਲਾਫ ਜੰਗ ਆ, ਉੱਥੇ ਮਨੁੱਖਤਾ ਦੇ ਖਿਲਾਫ ਵੀ ਆ। ਕਿਉਂਕਿ ਹਰ ਇੱਕ ਜਿਹੜਾ ਮਨੁੱਖ ਆ ਉਹ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਪ੍ਰਭਾਵ ਹੇਠ ਜੀਂਦਾ, ਉਹਨੂੰ ਅਪਣਾ ਕੇ ਜੀਂਦਾ। ਤੇ ਜਿਹੜੀਆਂ ਇਹ ਚੀਜ਼ਾਂ ਦੀ ਬਖਸ਼ਿਸ਼ ਆ ਉਸ ਦੇ ਰਹਿਬਰ ਨੇ ਕੀਤੀ ਆ। ਜੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਗਾਤਰੇ ਪਵਾਏ ਆ, ਸ਼ਮਸ਼ੀਰਾਂ ਦਿੱਤੀਆਂ, ਸਾਡੇ ਸਿਰ ਤੇ ਦਮਾਲੇ ਸਜਾਏ ਆ, ਤੇ ਉਹ ਕਿਸੇ ਵੀ ਸੰਵਿਧਾਨ ਦਾ ਦੇਸ਼ ਦੇ ਕਿਸੇ ਵੀ ਉਹਨਾਂ ਦੇ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦਾ। ਜੇ ਇਹ ਕਾਨੂੰਨ ਇਹ ਕਹੂਗਾ ਵੀ ਸਿੱਖਾਂ ਦੇ ਲਈ ਅੱਜ ਇਹ ਸ਼ਮਸ਼ੀਰ ਨਹੀਂ ਰੱਖ ਸਕਦੇ, ਦਸਤਾਰੇ ਨਹੀਂ ਮੰਨ ਸਕਦੇ, ਤਾਂ ਅਸੀਂ ਨਹੀਂ ਇਸ ਕਾਨੂੰਨ ਨੂੰ ਮੰਨਦੇ। ਤੇ ਨਾ ਹੀ ਜਿਹੜੀ ਇਹ ਮੁਸਲਿਮ ਕੌਮ ਆ, ਜੇ ਉਹਨਾਂ ਨੂੰ ਕਿਹਾ ਜਾਊਗਾ ਇਹ ਹਿਜਾਬ ਲਾ ਦਿਓ ਤੇ ਆਪਣੇ ਜਿਹੜੀਆਂ ਇਹ ਧਾਰਮਿਕ ਚਿੰਨ੍ਹ ਨਾ ਪਹਿਨੋ, ਤੇ ਸਾਰੇ ਮੁਸਲਮਾਨ ਇਸ ਗੱਲ ਦਾ ਕੋਈ ਪਰਵਾਹ ਨਹੀਂ ਕਰਨਗੇ, ਉਹ ਇਸ ਸੰਵਿਧਾਨ ਦੀ ਵੀ ਪਰਵਾਹ ਨਹੀਂ ਕਰਨਗੇ। ਇਹ ਹਿੰਦੂਤਵੀ ਤਾਕਤਾਂ ਦੇ ਨਾਲ ਜਿਹੜਾ ਆ ਫਿਰ ਉਹ ਟਕਰਾਅ ਹੋਊਗਾ। ਤੇ ਇਹ ਜਿਹੜੀਆਂ ਤਾਕਤਾਂ ਇਹ ਟਕਰਾਅ ਵੱਲ ਨੂੰ ਵੱਧ ਰਹੀਆਂ, ਜਿਹੜੀਆਂ ਕਿ ਇਹ ਮਤਲਬ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਮਤਲਬ ਅਸੀਂ ਤਾਂ ਨਹੀਂ ਚਾਹੁੰਦੇ, ਪਰ ਜੇ ਉਹ ਆ ਕੇ ਟਕਰਾਉਂਦੀਆਂ ਆ ਤੇ ਡਿਫੈਂਸ ਦੇ ਵਿੱਚ ਤਾਂ ਫਿਰ ਉਹ ਕੌਮਾਂ ਉਹਨਾਂ ਦਾ ਜਵਾਬ ਦੇਣਗੀਆਂ। ਜੀ ਬਿਲਕੁਲ।
ਅੱਛਾ, ਉੱਥੇ ਬੀਜੇਪੀ ਦੀ ਸਰਕਾਰ ਆ ਕਰਨਾਟਕ ਦੇ ਵਿੱਚ, ਔਰ ਉਹਨਾਂ ਨੇ ਇੱਥੇ ਪਾਬੰਦੀ ਵੀ ਲਾਈ ਹੈਗੀ ਆ ਕਿ ਲੜਕੀਆਂ ਸਕੂਲ ਕਾਲਜ ਦੇ ਵਿੱਚ ਜਿਹੜਾ ਉਹਨਾਂ ਦਾ ਧਾਰਮਿਕ ਲਿਬਾਸ ਹੈਗਾ ਹਿਜਾਬ ਉਹ ਨਹੀਂ ਪਹਿਨ ਸਕਦੀਆਂ। ਬੀਜੇਪੀ ਦੀ ਉੱਥੇ ਸਰਕਾਰ ਆ। ਹੁਣ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣ ਜਾ ਰਹੇ ਨੇ, ਲੱਗਦਾ ਤੁਹਾਨੂੰ ਕਿ ਲੋਕ ਸਮਝ ਰਹੇ ਨੇ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਆਹ ਕੁਝ ਵਾਪਰ ਰਿਹਾ ਹੈਗਾ, ਜਿੱਥੇ ਨਹੀਂ ਹੈਗੀ ਜੇ ਉੱਥੇ ਵੀ ਉਹਨਾਂ ਦੀ ਸਰਕਾਰ ਹੋਊਗੀ ਤਾਂ ਕੀ ਨਾ ਵਾਪਰੂਗਾ? ਦੇਖੋ, ਜਿਹੜੀ ਭਾਰਤੀ ਪੋਲਿਟਿਕਸ ਆ ਇਹਨਾਂ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਲੋੜ ਆ। ਸੈਂਟਰ 'ਚ ਕਾਂਗਰਸ ਹੁੰਦੀ ਆ ਤੇ ਉਦੋਂ ਵੀ ਮਸਜਿਦ ਢਹਿੰਦੀ ਆ, ਅਕਾਲ ਤਖਤ ਸਾਹਿਬ ਤੇ ਅਟੈਕ ਵੀ ਹੁੰਦਾ ਆ। ਤੇ ਜਦੋਂ ਇਹ ਗੁਜਰਾਤ 'ਚ ਬੀਜੇਪੀ ਹੁੰਦੀ ਆ ਤੇ ਉੱਥੇ ਕਿੱਡੇ ਕਿੱਡੇ ਵੱਡੇ ਕਤਲ ਕਾਂਡ ਹੁੰਦੇ ਆ। ਜਿਹੜਾ ਬਜਰੰਗੀ ਵਰਗੇ ਉਦੋਂ ਕਤਲ, ਮਤਲਬ ਜਦੋਂ ਬੱਚੀਆਂ ਦੇ ਜਿਹੜੀਆਂ ਗਰਭਵਤੀ ਔਰਤਾਂ ਦੇ ਪੇਟ ਨੂੰ ਕੱਟ ਕੇ, ਬੱਚੇ ਨੂੰ ਕੱਢ ਕੇ ਉਹ ਕਹਿੰਦੇ ਆ ਵੀ ਮੈਂ ਮਹਾਰਾਜਾ ਪ੍ਰਤਾਪ ਵਾਂਗੂ ਮਹਿਸੂਸ ਕਰਦਾ। ਤੇ ਜਿਹੜੀਆਂ ਇਹਨਾਂ, ਜਾਂ ਜਿਹੜੀ ਪਿਛਲੀ ਵਾਰ ਆਮ ਆਦਮੀ ਪਾਰਟੀ ਜਿਹੜੀ ਦਿੱਲੀ 'ਚ ਸੀਗੀ ਤੇ ਉੱਥੇ ਪਿਛਲੇ ਸਾਲ ਜਦੋਂ NRC ਦੇ ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਾ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਕਤਲੇਆਮ ਹੋਇਆ, ਇਹਨਾਂ ਦਾ ਖਾਕਾ ਜਿਹੜਾ ਨਾ ਉਹ ਸੇਮ ਆ। ਥੱਲੇ ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਸੇਮ ਆ। ਕੋਈ ਪੂਰਬ ਵੱਲ ਨੂੰ ਜਾ ਕੇ ਕੰਮ ਕਰਦਾ, ਕੋਈ ਪੱਛਮ ਵੱਲ ਨੂੰ, ਕੋਈ ਉੱਤਰ ਵੱਲ ਨੂੰ। ਕੰਮ ਇਹ ਸਾਰੇ ਹਿੰਦੂਤਵ ਲਈ ਕਰ ਰਹੇ ਆ। ਇਸ ਕਰਕੇ ਸਾਨੂੰ ਜਿਹੜਾ 1947 ਆ ਜਿਹੜਾ ਸਾਰੀਆਂ ਕੌਮਾਂ ਨੂੰ ਧੋਖੇ 'ਚ ਲੈ ਕੇ ਇਹਨਾਂ ਨੇ ਇਹ ਦੇਸ਼ ਨੂੰ ਘੜਿਆ ਨਾ, ਉਹ ਸਾਰਾ ਜਿਹੜਾ ਆ ਉਹ ਅੱਜ 74-75 ਸਾਲ ਬਾਅਦ ਅਸੀਂ ਉਹਦਾ ਖਮਿਆਜਾ ਵੀ ਭੁਗਤ ਰਹੇ ਹਾਂ। ਤੇ ਪਰ ਇਹ ਅਸੀਂ ਕਿੰਨੇ ਕੁ ਚਿਰ ਕੌਮਾਂ ਭੁਗਤਣਗੀਆਂ? ਇੱਕ ਨਾ ਇੱਕ ਦਿਨ ਤਾਂ ਇਹ ਜਿਹੜਾ ਗਲਬਾ ਉਹ ਗਲੋਂ ਲੱਥੂਗਾ ਹੀ ਨਾ, ਫਿਰ ਲਾਣਗੇ ਉਹ ਗਲਬਾ ਆਪਾਂ ਨੂੰ, ਕਿਉਂਕਿ ਸਾਡੀ ਮਜਬੂਰੀ ਬਣ ਜੂ। ਜਦ ਅਸੀਂ ਆਪਣੀ ਧਾਰਮਿਕ ਰੋਹ ਰੀਤਾਂ ਦੇ ਨਾਲ ਇਹ ਧਰਤੀ ਜਿਹਦੇ ਉੱਤੇ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਇਹ ਜਗ੍ਹਾ ਦੇ ਉੱਤੇ ਸੰਘਰਸ਼ ਕੀਤਾ ਤੇ ਸਾਨੂੰ ਇਹ ਜਗ੍ਹਾ ਦੇ ਉੱਤੇ ਰਹਿਣ ਦੇ ਲਈ ਸਾਨੂੰ ਪੋਲੀਟੀਕਲੀ ਇੱਥੇ ਉਹਨਾਂ ਨੇ ਮਾਡਲ ਦਿੱਤਾ। ਤੇ ਜੇ ਇਹ ਆਪਣੇ ਮਾਡਲ ਦੇ ਨਾਲ ਆਪਣੀ ਜਿਹੜੀ ਇਹ ਸਟੇਟ ਹਿੰਦੂਤਵੀ ਸਟੇਟ ਦੇ ਅਨੁਸਾਰ ਇੱਥੇ ਸਾਨੂੰ ਗਲਬਾ ਪਾਉਣਗੇ ਤਾਂ ਅਸੀਂ ਤਾਂ ਫਿਰ ਗਲਬਾ ਪਾਉਣ ਨੂੰ ਸਾਰੀਆਂ ਕੌਮਾਂ ਯਾਦ ਆ, ਉਹ ਫਿਰ ਲੜਨਗੀਆਂ ਜੀ। ਵਾਕਈ ਨਹੀਂ ਕੋਈ ਵੀ ਪ੍ਰਵਾਨ ਕਰੂੰਗਾ ਜੀ ਇਸ ਤਰੀਕੇ ਦੇ ਨਾਲ। ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਦੂਜੀ ਇੱਕ ਗੱਲ ਹੋਰ, ਤੁਸੀਂ ਸਾਰਿਆਂ ਨੇ ਵੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ। ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ਕੁੱਟਿਆ ਗਿਆ, ਮਾਰਿਆ ਗਿਆ। ਉਹਨਾਂ ਨੂੰ ਧੱਕੇ ਨਾਲ ਕਿਹਾ ਗਿਆ ਕਿ ਬੋਲ ਜੈ ਸ਼੍ਰੀ ਰਾਮ, ਬੋਲ ਜੈ ਸ਼੍ਰੀ ਰਾਮ। ਜੇ ਕੋਈ ਨਹੀਂ ਬੋਲਦਾ ਸੀਗਾ ਹੋਰ ਕੁੱਟਿਆ ਜਾਂਦਾ ਸੀਗਾ, ਜੇ ਕੋਈ ਬੋਲਦਾ ਸੀਗਾ ਤਦ ਵੀ ਕੁੱਟਿਆ ਜਾਂਦਾ ਰਿਹਾ। ਸੋ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਦੇ ਵਿੱਚ ਉਹਨਾਂ ਦੀ ਮੌਤ ਤੱਕ ਵੀ ਹੋ ਗਈ, ਔਰ ਜਿਹੜੇ ਦੋਸ਼ੀ ਸੀਗੇ ਉਹਨਾਂ ਦੀ ਇੱਥੋਂ ਦੀਆਂ ਹਕੂਮਤਾਂ ਵੱਲੋਂ ਪੁਸ਼ਤ ਪਨਾਹੀ, ਉਹਨਾਂ ਨੂੰ ਬਣਦੀਆਂ ਕਾਨੂੰਨੀ ਮਿਸਾਲੀ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਪਰ ਦੂਜੇ ਬੰਨੇ ਜਦੋਂ ਅੱਜ ਆਹ ਘਟਨਾ ਵਾਪਰੀ ਹੈਗੀ, ਉਸ ਲੜਕੀ ਨੇ ਆਪਣਾ ਧਾਰਮਿਕ ਅਕੀਦਾ ਕਾਇਮ ਰੱਖਦਿਆਂ ਹੋਇਆ ਅੱਲਾਹੂ ਅਕਬਰ ਦਾ ਨਾਅਰਾ ਬੁਲੰਦ ਕੀਤਾ ਔਰ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ। ਸੋ ਮੈਨੂੰ ਲੱਗਦਾ ਕਿ ਇੱਕ ਨਵੇਕਲੀ ਜੀ ਗੱਲ ਹੋ ਗਈ। ਮੁਸਲਮਾਨ ਵੀਰ ਮੇਰੇ ਨਾਲ ਹੈਗੇ ਨੇ। ਵੀਰ ਕੀ ਲੱਗਦਾ ਤੁਹਾਨੂੰ? ਇੱਕ ਉਹ ਘਟਨਾਵਾਂ ਸੀਗੀਆਂ ਧੱਕੇ ਨਾਲ ਕਹਿੰਦੇ ਸੀ ਬੋਲ ਜੈ ਸ਼੍ਰੀ ਰਾਮ, ਔਰ ਇੱਕ ਉਹ ਨੌਜਵਾਨ ਲੜਕੀ ਉਹਨੇ ਪੂਰਾ ਡਟ ਕੇ ਤਣ ਕੇ ਰਹੀ ਆ, ਉਹ ਕਿੱਦਾਂ ਲੱਗਦਾ? बात किसी को समझाने की ज़्यादा ज़रूरत नहीं है। जब से ये सरकार आई है, गुंडिया की सरकार, बीजेपी या आरएसएस, हर थां पे यही काम होते हैं। कभी गुरुद्वारों में, कभी मस्जिदों में, कभी पाकिस्तान, इंडिया, कभी यही। तो इनके तो और कोई काम तो हमें नज़र नहीं आते। इनसे ही इन्होंने आज तक ये देश को धकेल दिया है। अगर लोगों को अब टाइम आ गया, अगर जागने की है कि अब लोगों को चाहिए कि अब जाग जाए, क्योंकि वोट हर एक के मतलब हक में जा रही है। ये समझ के डाले कि हमें आज तक 70 सालों ने इन वोट जहां हमारी पड़ रही है, इसका हमें मतलब फ़ायदा क्या हो रहा है। हमें इस चीज़ का बहुत बड़ा दुख लग रहा है। ये अभी तक भी हम 70 सालों से अभी तक हमारे समझ नहीं आ रही है। और एक बात, ये कर्नाटक की सरकार ने एक्चुअली नहीं किया। ये जो आरएसएस के और ये बीजेपी के ये जो विचारधारा है ना, ये हर जगह ऐसे ही चाह रहे हैं कि ऐसे दंगे फसाद हो, उसका फ़ायदा हम उठाए, जो इलेक्शन है उसका हमें फ़ायदा हो। अगर मैं ये चाह रहा हूँ कि उस लड़की ने एक बुलंद नारा ही दिया था। हर एक को चाहिए ये समझना चाहिए कि हम अपने तरीके से, चाहे जैसे भी तरीके से हम अपने अल्लाह को या भगवान को या ईश्वर को जैसे भी हम बुला लेते, अगर उनके मतलब गुरु ने ये समझाया तो वो शायद उस हमारी बहन के साथ ऐसा ना करते, ऐसा विचार। लेकिन ना इनको हम गुंडे कह सकते, ना
ना कोई धार्मिक बंदा कह सकते, उनको एक उग्रवादी तो छोड़ के उनको कोई नाम ही नहीं दे सकते जो एक हमारी बहन के साथ ऐसा सलूक कर सकते हैं। अगर बीजेपी छोड़ के जहाँ जहाँ भी कोई भी सरकार है, अगर हमारे मज़हब के ख़िलाफ़ कहीं भी बात आए, चाहे हिंदू मुस्लिम जहाँ कहीं भी इनकी कोई मतलब बात होती है, तो ये इसी दायरे को रख के अपनी राजनीति को आगे बढ़ा देते हैं कि लेकिन अब लोगों को चाहिए वो होशियार हो जाए कि अपने वोट का सही इस्तेमाल करे अगर डालना भी हो। और एक बात ये है कि हमारे हिजाब जो हमें आज से 1400 साल पहले मिला था, हम इसको ना छोड़ने वाले हैं, चाहे हमारा सिर भी कलम हो जाए, और हमारी पग जो मिली है हम ना वो छोड़ने वाले हैं। ਜੀ ਵਾਕਈ ਮੈਨੂੰ ਲੱਗਦਾ ਕਿ ਡਟ ਕੇ ਉਹਨਾਂ ਨੇ ਗੱਲ ਕਹੀ ਆ ਕਿ ਜਿਹੜੇ ਸਾਨੂੰ ਧਾਰਮਿਕ ਚਿੰਨ੍ਹ ਸਾਡੇ ਰਹਿਬਰਾਂ ਨੇ ਬਖਸ਼ੇ ਆ, ਅਸੀਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਛੱਡਣ ਨੂੰ ਤਿਆਰ ਨਹੀਂ ਹੈਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਜੀ ਖੁਣਖੁਣ ਕੀ ਕਹਿਣਾ ਚਾਹੁੰਦੇ ਜੀ? ਇੱਕ ਪਾਸੇ ਉਹ ਵੀਡੀਓਜ਼ ਆਉਂਦੀਆਂ ਰਹੀਆਂ, ਕੁੱਟਿਆ ਜਾਂਦਾ ਰਿਹਾ, ਮਾਰਿਆ ਜਾਂਦਾ ਰਿਹਾ, ਔਰ ਉਹ ਵਿਚਾਰੇ ਕੁੱਟ ਖਾਂਦੇ ਰਹੇ ਤੇ ਮਰਦੇ ਵੀ ਰਹੇ। ਇੱਕ ਪਾਸੇ ਆਹ ਵੀਡੀਓ ਆਉਂਦੀ ਆ ਉਸ ਲੜਕੀ ਦੀ, ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਬੜਾ ਮਾਣ ਮਹਿਸੂਸ ਹੋਇਆ। ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਘਟਨਾ ਹੋਈ ਆ ਬਹੁਤ ਮੱਦਭਾਗੀ ਆ ਜੀ, ਕਿਉਂ ਇਹ ਸਾਡੇ ਬੱਚੇ ਆ, ਸਾਡੀ ਬੱਚੀ ਆ ਜਿਹਦੇ ਨਾਲ ਜੇ ਕੁਝ ਹੋਇਆ। ਸਾਡੇ ਧਾਰਮਿਕ ਚਿੰਨ੍ਹ ਆ ਜੀ, ਜਿਨ੍ਹਾਂ ਨੂੰ ਸਾਨੂੰ ਹੱਕ ਆ ਇਸ ਭਾਰਤ ਦੇਸ਼ 'ਚ ਰਹਿੰਦਿਆਂ ਨੂੰ, ਚਾਹੇ ਸਿੱਖ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਸਾਰਿਆਂ ਦਾ ਆਪਣਾ ਹੱਕ ਆ। ਜੀ, ਇਹ ਜਿਹੜੀ ਮੋਦੀ ਸਰਕਾਰ ਆ, ਜੀ, ਭਾਜਪਾ ਦੀ ਸਰਕਾਰ, ਇਹਦਾ ਇਹ ਨਵਾਂ ਹਮਲਾ ਨਹੀਂ ਹੋਇਆ। ਜੀ, ਜੀ, ਇਹ ਬਾਰ-ਬਾਰ ਹਮਲੇ ਕਰਦੀ ਆ। ਪਿੱਛੇ ਗੁਜਰਾਤ ਦੇ ਵਿੱਚ ਜਿਹੜੇ ਸਾਡੀਆਂ ਭੈਣਾਂ ਸੀ, ਮੁਸਲਿਮ ਭੈਣਾਂ ਸੀ, ਉਹਨਾਂ ਦੇ ਕਤਲ ਕੀਤੇ ਗਏ, ਉਹਨਾਂ ਦੇ ਪੇਟ ਦੇ ਵਿੱਚ ਬੱਚੇ ਮਾਰੇ ਗਏ। ਵੱਡਾ ਜ਼ੁਲਮ ਕੀਤਾ ਸੀ ਮੋਦੀ। ਮੋਦੀ ਕਾਤਲ ਆ। ਅੱਜ ਸਿੱਖ ਨੌਜਵਾਨਾਂ ਨੂੰ ਫਾਂਸੀਆਂ ਦੇ ਹੁਕਮ ਹੁੰਦੇ ਆ, ਬੰਦੀ ਸਿੰਘਾਂ ਨੂੰ ਫਾਂਸੀਆਂ ਦੇ ਹੁਕਮ ਹੁੰਦੇ। ਮੈਂ ਤਾਂ ਇਹ ਕਹੂੰਗਾ ਇਸ ਮੋਦੀ ਨੂੰ ਫਾਂਸੀ ਕੀ, ਇਹਨੂੰ ਬਿਲਕੁਲ ਫਾਂਸੀ ਤੋਂ ਵੀ ਉੱਪਰ ਸਜ਼ਾ ਇੱਦਾਂ ਦੀ ਚਾਹੀਦੀ ਹੈ ਜਿਹੜੀ, ਕਿਉਂਕਿ ਇਹ ਬਹੁਤ ਕਤਲ ਕੀਤੇ ਆ। ਉਸ ਟਾਈਮ ਹੀ ਗੁਜਰਾਤ ਦੇ ਵਿੱਚ ਜਿਹੜੇ ਸਿੱਖ ਸੀ ਜਿਹਨੇ ਜਾ ਕੇ ਜੰਗਲਾਂ ਦੇ ਵਿੱਚ ਜ਼ਮੀਨ ਪੱਟੀ ਸੀ, ਇਹਨੂੰ ਉਹ ਵੀ ਉਜਾੜੇ, ਮੁਸਲਮਾਨ ਵੀ ਉਜਾੜੇ। ਹੁਣ ਜਿਹੜੀ ਦਿੱਲੀ 'ਚ ਘਟਨਾ ਹੋਈ ਸਾਡੀ ਭੈਣ ਨਾਲ, ਉਹ ਦੇਖੋ ਕਿੱਡੀ ਮਾੜੀ ਹੋਈ ਸੀ। ਉਹ ਤੋਂ ਬਾਅਦ ਨਾਲ ਹੀ ਅੱਜ ਜਿਹੜੀ ਇਹ ਘਟਨਾ ਜਿਹੜੀ ਹੁਣ ਹੋ ਗਈ ਆ ਤਾਜੀ, ਉਹ ਬਾਰ-ਬਾਰ RSS ਦੇ ਏਜੰਡੇ ਤੇ ਆ ਕੇ ਚੋਭ ਮਾਰ ਕੇ ਦੇਖਦਾ ਵੀ ਜਿਹੜੀਆਂ ਘੱਟ ਗਿਣਤੀਆਂ ਉਹ ਕਿੱਥੇ ਕੁ ਤੱਕ ਚੱਲਦੀਆਂ। ਲੇਕਿਨ ਮੈਂ ਅੱਜ ਅਖੀਰ 'ਚ ਗੱਲ ਕਹਿਣੀ ਚਾਹੁੰਦਾ, ਸਾਡੇ ਹੌਸਲੇ ਬਹੁਤ ਬੁਲੰਦ ਆ। ਚਾਹੇ ਮੁਸਲਮਾਨ ਹੋਵੇ, ਚਾਹੇ ਈਸਾਈ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਦਲਿਤ ਹੋਵੇ, ਸਾਡੇ ਹੌਸਲੇ ਬਹੁਤ ਬੁਲੰਦ ਆ। ਮੈਂ ਦੱਸਣੀ ਚਾਹੁੰਦਾ ਸਾਡੇ ਇੰਨੇ ਹੌਸਲੇ ਆ, ਜਦੋਂ ਇਹ ਗੱਲ ਕਹੀ ਜਾਂਦੀ ਸੀ ਸਿੱਖ ਸਾਰੇ ਮੁੱਕ ਗਏ, ਤੇ ਜੰਗਲਾਂ 'ਚ ਬੈਠੇ ਸਿੰਘ ਜਦੋਂ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ, ਤੇ ਬੋਤਾ ਸਿੰਘ ਗਰਜਾ ਸਿੰਘ ਦੇ ਕੰਨੀ ਇਹ ਗੱਲ ਜਦੋਂ ਪਈ ਸੀ ਨਾ, ਤੇ ਦੋਨਾਂ ਨੇ ਆ ਕੇ ਨਾਕਾ ਲਾਤਾ ਸੀ। ਉਹਨਾਂ ਨੇ ਟੈਕਸ ਲਾਤਾ ਸੀ ਤੇ ਪਿੱਠ ਨਾਲ ਪਿੱਠ ਜੋੜ ਕੇ ਵੀ ਲੜੇ ਸੀ। ਤੇ ਅੱਜ ਮੈਂ ਇੱਥੇ ਗੱਲ ਕੀਤੀ ਸੀ ਮੁਸਲਿਮ ਭਾਈਚਾਰੇ ਦੀ ਵੀ, ਮਲੇਰਕੋਟਲੇ ਤੋਂ ਜਿਹੜਾ ਸਾਡਾ ਸੰਘਰਸ਼ ਚੱਲਿਆ, ਆਜ਼ਾਦੀ ਦੀ ਲੜਾਈ ਚੱਲਦੀ ਆ, ਜਾਰੀ ਆ। ਉਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਬਹੁਤ ਨੌਜਵਾਨ ਜਿਹੜੇ ਮੇਰੇ ਜਾਣੂ ਆ, ਮੈਂ ਉਹਨੇ ਸ਼ਹੀਦੀਆਂ ਦਿੱਤੀਆਂ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਚਲਾਏ ਹੋਏ ਸੰਘਰਸ਼ 'ਚ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਆਜ਼ਾਦੀ ਲਈ। ਤੇ ਅੱਜ ਸਾਡਾ ਫਰਜ਼ ਬਣਦਾ ਸਾਰੀਆਂ ਕੌਮਾਂ ਦਾ, ਜਿਹੜੀਆਂ ਘੱਟ ਗਿਣਤੀਆਂ, ਵੱਡੀ ਗਿਣਤੀ ਤਾਂ ਹੈ ਨਾ, ਉਹ ਤਾਂ ਕਹਿੰਦੇ ਹਿੰਦੂਤਾ ਬਣਾਉਣਾ, ਹਿੰਦੂ ਰਾਸ਼ਟਰ ਬਣਾਉਣਾ, ਉਹ ਤਾਂ ਕਹਿ ਰਹੇ ਆ। ਲੇਕਿਨ ਅਸੀਂ ਸਾਰੇ ਇਕੱਠੇ ਹੋ ਕੇ, ਜੋ ਸਾਡੇ ਤੇ ਆਹ ਹਮਲਾ ਹੋਇਆ, ਪਹਿਲੇ ਹਮਲੇ ਹੋਏ, ਅਸੀਂ ਤਾਕਤਵਰ ਹੋ ਕੇ ਲੜਾਂਗੇ, ਅੱਗੇ ਨੂੰ ਵੀ ਤਾਕਤਵਰ ਹੋਵਾਂਗੇ। ਬੜਾ ਵੱਡਾ ਅੱਜ ਇਕੱਠ ਸੀ, ਬੜੇ ਜੋਸ਼ ਸੀ ਨੌਜਵਾਨਾਂ 'ਚ, ਬੜਾ ਰੋਕ ਕੇ ਉੱਥੇ ਤੇ ਲਗਾਏ ਆਪਾਂ। ਤੇ ਮੇਰੀ ਤਾਂ ਇਹ ਬੇਨਤੀ, ਸਾਰੇ ਅਸੀਂ ਅੱਜ ਜਿੱਦਾਂ ਸਾਡੇ ਸਾਂਝੇ ਫਰੰਟ ਦੇ ਆਗੂ ਸਾਹਿਬਾਨਾਂ ਨੇ ਅੱਜ ਇਹ ਉਪਰਾਲਾ ਕੀਤਾ, ਅਸੀਂ ਘੱਟ ਗਿਣਤੀਆਂ ਦੇ ਖਾਤਰ ਸਾਡੀ ਜਾਨ ਚੱਲ ਜਾਵੇ, ਅਸੀਂ ਹਾਜ਼ਰ ਰਵਾਂਗੇ, ਹਰਦਮ ਹਾਜ਼ਰ ਰਵਾਂਗੇ। ਨਾ ਕਿਸੇ ਭੈਣ ਦੇ ਸਿਰ ਤੋਂ ਪੱਲਾ ਲੱਥਣ ਦੇਵਾਂਗੇ, ਨਾ ਧੱਕਾ ਹੋਣ ਦੇਵਾਂਗੇ। ਇਹ ਅਸੀਂ ਨਿਸ਼ਚਾ ਕੀਤਾ ਆ, ਅਸੀਂ ਲੜਾਂਗੇ, ਅੰਤ ਤੱਕ ਲੜਾਂਗੇ, ਇਸ ਮੋਦੀ ਨੂੰ ਸਬਕ ਦੇ ਕੇ ਹਟਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਇੱਕ ਤਾਂ ਵੀਡੀਓ ਨੂੰ ਮੈਂ ਫਿਰ ਬੇਨਤੀ ਕਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਹਰ ਇੱਕ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ। ਇੱਕ ਹੋਰ ਜਿਹੜੀ ਖਾਸ ਮਹੱਤਵਪੂਰਨ ਗੱਲ ਹੈ, ਉਹ ਮੈਂ ਤੁਹਾਡੇ ਨਾਲ ਅਖੀਰ ਦੇ ਵਿੱਚ ਕਰੂੰਗਾ। ਜਿਹੜਾ ਅੱਜ ਇਹ ਮਾਰਚ ਕੱਢਿਆ ਗਿਆ, ਵੱਡੀ ਗਿਣਤੀ ਵਿੱਚ ਇੱਥੇ ਸ਼ਮੂਲੀਅਤ ਕੀਤੀ ਆ,
ਤੁਸੀਂ ਦੇਖ ਸਕਦੇ ਹੋ ਵੱਲੋਂ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਹੁਸ਼ਿਆਰਪੁਰ ਇਹਨਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ। ਔਰ ਜਿਹੜੀ ਮਹੱਤਵਪੂਰਨ ਤੇ ਖਾਸ ਗੱਲ ਹੈਗੀ ਆ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਬਾਅਦ ਵਿੱਚ। ਇੱਕ ਦੋ ਵੀਰ ਹੋਰ ਹੈਗੇ ਨੇ, ਕਰਨੈਲ ਸਿੰਘ ਲਵਲੀ ਹੈਗੇ ਨੇ, ਗੁਰਨਾਮ ਸਿੰਘ ਸਿੰਗੜੀ ਵਾਲਾ ਜੀ ਹੈਗੇ ਨੇ, ਲਾਰੈਂਸ ਚੌਧਰੀ ਜੀ ਹੈਗੇ ਨੇ। ਆਪਾਂ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਂਗੇ ਇਸ ਸਬੰਧ ਦੇ ਵਿੱਚ। ਤੁਸੀਂ ਸਾਰਿਆਂ ਨੂੰ ਵੀਡੀਓ ਦੇਖੀ ਜਿਹੜੀ ਲੜਕੀ ਨੇ ਨਾਰਾ ਬੁਲੰਦ ਕੀਤਾ ਔਰ ਉਹਨਾਂ ਗੁੰਡਿਆਂ ਦਾ ਸਾਹਮਣਾ ਕੀਤਾ। ਲਾਰੈਂਸ ਚੌਧਰੀ ਜੀ ਕੀ ਕਹਿਣਾ ਚਾਹੁੰਦੇ ਹੋ? ਜੋ ਕੁਝ ਵੀ ਪਿਛਲੇ ਦਿਨੀ ਵਾਪਰਿਆ, ਮੈਨੂੰ ਲੱਗਦਾ ਕਿ ਲੜਕੀ ਨੇ ਇੱਕ ਬਹਾਦਰੀ ਦਾ ਸਬੂਤ ਦਿੰਦਿਆਂ ਹੋਇਆ ਦੱਸਤਾ ਉਹਨਾਂ ਨੂੰ ਕਿ ਇਦਾਂ ਦੀ ਵੀ ਗੱਲ ਨਹੀਂ ਹੈਗੀ ਕਿ ਅਸੀਂ ਚੁੱਪ ਕਰਕੇ ਕੁੱਟ ਖਾਂਦੇ ਰਹਾਂਗੇ ਤੇ ਤੁਸੀਂ ਸਾਨੂੰ ਕੁੱਟਦੇ ਰਹੋਗੇ। ਐਕਚੁਅਲੀ ਇਹ ਅੱਜ ਜਿਹੜੀ ਕਰਨਾਟਕ ਦੇ ਵਿੱਚ ਜਿਹੜਾ ਇਸ਼ੂ ਆਇਆ ਕਿ ਹਿਜਾਬ ਦੇ ਉੱਪਰ ਪਾਬੰਦੀ ਲਾਉਣੀ, ਇਹਦੇ ਕੰਟੈਕਸਟ ਨੂੰ ਸਮਝਣਾ ਪਏਗਾ ਜੀ, ਟਾਈਮਿੰਗ ਨੂੰ। ਟਾਈਮਿੰਗ ਆ ਇਲੈਕਸ਼ਨ ਜਿਹੜੇ 5 ਸਟੇਟਾਂ 'ਚ ਹੋ ਰਹੇ, ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਇੱਕ ਵਿਸ਼ੇਸ਼ ਵੋਟ ਬੈਂਕ ਨੂੰ ਕੰਸੋਲੀਡੇਟ ਕਰਨਾ, ਉਹਨੂੰ ਇੱਕ ਜਗ੍ਹਾ ਸਥਿਰ ਕਰਕੇ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨਾ, ਇੱਕ ਫਿਰਕੇ ਨੂੰ ਟਾਰਗੇਟ ਕਰਕੇ। ਇੱਕ ਗੱਲ। ਦੂਜੀ ਗੱਲ ਜਿਹੜੀ ਆ ਇਹ ਵੀ ਤੁਹਾਨੂੰ ਧਿਆਨ ਵਿੱਚ ਰੱਖਣੀ ਹੋਏਗੀ ਕਿ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ, ਨਹਿਰੂ ਗਾਂਧੀ ਪਰਿਵਾਰ ਨੇ ਜਿਹੜਾ ਕਿ ਹਮੇਸ਼ਾ ਰਾਸ਼ਟਰ ਕਹਿੰਦਾ ਰਿਹਾ ਭਾਰਤ ਨੂੰ, ਉਹਨਾਂ ਦੇ ਹੀ ਵਿਰਾਸਤ ਦੇ ਵਿੱਚੋਂ ਉਹਨਾਂ ਦੇ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਔਨ ਰਿਕਾਰਡ ਕਹਿ ਦਿੱਤਾ, ਇੰਡੀਆ ਇਜ਼ ਨਾਟ ਨੇਸ਼ਨ, ਇਟ ਇਜ਼ ਦੀ ਯੂਨੀਅਨ ਆਫ ਸਟੇਟ, ਕਿ ਇਹ ਸੂਬਿਆਂ ਦੇ ਨਾਲ ਬਣਿਆ ਭਾਰਤ ਆ। ਉਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਮਤਲਬ ਉਹਨਾਂ ਫੈਡਰਲ ਸਿਸਟਮ ਨੂੰ ਮਜ਼ਬੂਤ ਕਰ ਰਹੀਆਂ। ਪਾਰਲੀਮੈਂਟ 'ਚ ਜਦੋਂ ਆਵਾਜ਼ ਉੱਠੀ ਤੇ ਬੀਜੇਪੀ ਨੂੰ ਲੱਗਾ ਕਿ ਇਹ ਤਾਂ ਮਾਹੌਲ ਜਿਹੜਾ ਅਸੀਂ ਭਾਰਤ ਦੇ ਵਿੱਚ ਬਣਾ ਰਹੇ ਹਾਂ ਹਿੰਦੂ ਰਾਸ਼ਟਰ ਦਾ, ਇਹ ਤਾਂ ਬੜੀ ਵੱਡੀ ਇੱਕ ਸੱਟ ਹੋਏਗੀ, ਕਿਉਂਕਿ ਆਲਰੇਡੀ ਕਿਸਾਨੀ ਅੰਦੋਲਨ ਨੇ ਉਹਨਾਂ ਢਾਹ ਲਾਤੀ ਆ, ਹੈ ਨਾ। ਉਹ ਉਹਨਾਂ ਲੱਗਦਾ ਕਿ ਇੱਕ ਕਿਸਾਨੀ ਅੰਦੋਲਨ ਨੇ ਢਾਹ ਲਾਈ, ਅਸੀਂ ਡਾਊਨ ਗਏ ਆ, ਪਿੱਛੇ ਚੱਲ ਗਏ ਆ, ਤੇ ਸਾਨੂੰ ਮਤਲਬ ਜਿਹੜਾ ਸਾਡਾ ਏਜੰਡਾ ਕਾਰਪੋਰੇਟ ਉਹ ਵੀ ਫੇਲ ਹੋ ਗਿਆ। ਹਿੰਦੂ ਰਾਸ਼ਟਰ ਦਾ ਏਜੰਡਾ ਯੂਨੀਅਨ ਆਫ ਸਟੇਟ ਦੇ ਪਾਰਲੀਮੈਂਟ 'ਚ ਗੂੰਜਣਾ, ਉਹਨੂੰ ਢਾਹ ਵੱਜੀ ਆ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ, ਇਲੈਕਸ਼ਨ, ਯੂਨੀਅਨ ਆਫ ਸਟੇਟ ਦਾ ਮਾਮਲਾ ਉੱਠਿਆ ਤੇ ਭਾਜਪਾ ਨੇ ਸੋਚਿਆ ਕਿ ਕਿੱਦਾਂ ਹੁਣ ਇਹ ਤੋਂ ਧਿਆਨ ਹਟਾਇਆ ਜਾਵੇ, ਤਾਂ ਉਹ ਧਿਆਨ ਹਟਾਉਣ ਦੇ ਲਈ ਫਿਰ ਘੱਟ ਗਿਣਤੀਆਂ ਹੀ ਹੁੰਦੀਆਂ ਨਿਸ਼ਾਨੇ ਤੇ। ਇਹ ਤਾਂ ਭਾਰਤ ਦਾ ਇਤਿਹਾਸ ਦੱਸਦਾ ਹੀ ਆ ਕਿ ਜਦੋਂ ਇਹੋ ਜਿਹਾ ਮਸਲਾ ਆਉਂਦਾ, ਹਿੰਦੂ ਤਵੀ ਤਾਕਤਾਂ ਨੂੰ ਲੱਗਦਾ ਕਿ ਇਹ ਸਾਡਾ ਏਜੰਡਾ ਹਿੱਲ ਰਿਹਾ, ਉਸ ਵੇਲੇ ਘੱਟ ਗਿਣਤੀ ਹੀ ਇਹਨਾਂ ਨੇ ਟਾਰਗੇਟ ਕਰਨੇ ਹੁੰਦੇ ਆ। ਤੇ ਉਹਦੇ ਵਿੱਚ ਇਹਨਾਂ ਨੇ, ਕਿਉਂਕਿ ਯੂਪੀ ਸਭ ਤੋਂ ਵੱਡੀ ਸਟੇਟ, ਮੁਸਲਿਮ ਜਿਹੜਾ ਉਹਨੂੰ ਨਿਸ਼ਾਨਾ ਬਣਾ ਕੇ ਹਿੰਦੂ ਵੋਟ ਬੈਂਕ ਨੂੰ ਪੋਲਰਾਈਜ਼ ਕਰਨਾ ਕਿ ਉਹ ਸਾਡੇ ਵੱਲੋਂ ਆ ਜਾਏ। ਇਸ ਕਰਕੇ ਕਰਨਾਟਕ ਦੇ ਵਿੱਚ ਇਹਨਾਂ ਦੀ ਸਰਕਾਰ ਆ, ਇਹਨਾਂ ਨੇ ਸੋਚਿਆ ਕਿ ਹਿਜਾਬ ਇੱਕ ਸੈਂਸਿਟਿਵ ਇਸ਼ੂ ਆ। ਦੇਖੋ ਹਿਜਾਬ ਕੀ ਆ, ਇਹ ਮੁਸਲਿਮ ਲੜਕੀਆਂ ਲਈ ਆਪਣੇ ਅੱਲਾ ਨੂੰ, ਆਪਣੇ ਆਪ ਨੂੰ ਅੱਗੇ ਸਮਰਪਿਤ ਕਰਨਾ ਹੁੰਦਾ, ਤਾਂ ਕਿ ਅੱਲਾ ਜਿਹੜਾ ਆ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਲਵੇਜ਼ ਇੱਕ ਸਾਇਆ ਬਣ ਕੇ ਕੰਮ ਕਰੇ। ਸੋ ਉਸ ਚੀਜ਼ 'ਤੇ ਹਮਲਾ ਇੱਕ ਪ੍ਰੀ ਪਲੈਨਿੰਗ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਐਜੂਕੇਸ਼ਨ ਮਿਨਿਸਟਰ ਨੇ ਫੈਸਲਾ ਦਿੱਤਾ ਵੀ ਇੱਥੇ ਹਿਜਾਬ ਦੇ ਉੱਪਰ ਅਸੀਂ ਪਾਬੰਦੀ ਲਾਉਂਦੇ ਆ, ਤੇ ਉਹ ਧਿਆਨ ਜਿਹੜਾ ਵੰਡ ਦਿੱਤਾ, ਕਿਸਾਨਾਂ ਦਾ ਧਿਆਨ ਵੰਡ ਦਿੱਤਾ, ਮਜ਼ਦੂਰਾਂ ਦਾ ਵੰਡ ਦਿੱਤਾ, ਕਿ ਉਹ ਇੱਧਰ ਧਿਆਨ ਚੱਲ ਜੇ, ਅਸਲ ਮੁੱਦਿਆਂ ਤੋਂ ਧਿਆਨ ਹਟ ਜਾਏ, ਬੇਰੁਜ਼ਗਾਰੀ ਤੋਂ ਧਿਆਨ ਹਟ ਜਾਏ, ਕਿਸਾਨਾਂ ਦੇ ਖੁਦਕੁਸ਼ੀਆਂ ਤੋਂ ਧਿਆਨ ਹਟ ਜਾਏ, ਉਹਨਾਂ ਦੇ MSP ਤੋਂ ਧਿਆਨ ਹਟ ਜਾਏ, ਤੇ ਉਹ ਕੰਸੋਲੀਡੇਟ ਵੋਟ ਬੈਂਕ ਕਰਕੇ ਬੀਜੇਪੀ ਜਿੱਤਣਾ ਚਾਹੁੰਦੀ ਆ। ਪਰ ਇਹ ਚੀਜ਼ ਜਿਹੜੀ ਆ, ਮੈਂ ਅੱਜ ਮੁਬਾਰਕਬਾਦ ਦਿੰਦਾ ਮੁਸਲਿਮ ਭਾਈਚਾਰੇ ਨੂੰ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਅਸੀਂ ਚੀਜ਼ ਚਾਹੁੰਦੇ ਸੀ ਕਿ ਮੁਸਲਿਮ ਭਾਈਚਾਰੇ 'ਚ ਯੂਨਿਟੀ ਹੋਵੇ, ਅੱਜ ਇੱਥੇ ਇਹਨਾਂ ਨੇ ਬਹੁਤ ਵੱਡੇ ਲੈਵਲ 'ਤੇ ਆਪਣੇ ਜਜ਼ਬਾਤਾਂ ਦੇ ਨਾਲ ਜਦੋਂ ਹਿੰਦੂ ਤਵੀ ਤਾਕਤਾਂ ਖੇਡੀਆਂ, ਇਕੱਠੇ ਹੋਏ ਆ, ਤੇ ਉਹਦੇ ਵਿੱਚ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਜੋ ਬਣਿਆ, ਉਹਨਾਂ ਦਾ ਵੀ ਕੰਟਰੀਬਿਊਸ਼ਨ ਬਹੁਤ ਲਾਜਵਾਬ ਸੀ। ਸਭਨਾਂ ਨੇ ਮਹਿਸੂਸ ਕੀਤਾ ਇਹ ਸਾਡਾ ਅੰਗ ਆ ਮੁਸਲਮਾਨ ਭਾਈਚਾਰਾ, ਸਾਨੂੰ ਇਹਨਾਂ ਨਾਲ ਖੜੇ ਹੋਣਾ ਚਾਹੀਦਾ, ਕਿਉਂਕਿ ਇਕੱਲੇ ਇਕੱਲੇ ਮਾਰ ਖਾਵਾਂਗੇ। ਸੋ ਅੱਜ ਅਸੀਂ ਇਕੱਠੇ ਹੋ ਕੇ ਜਿਹੜਾ ਹਿਜਾਬ ਦੇ ਉੱਪਰ ਹਮਲਾ, ਇਹ ਸਾਡੇ ਤੇ ਹਮਲਾ ਆ, ਕਿਉਂਕਿ ਸਾਡੀਆਂ ਉਹ ਬੇਟੀਆਂ ਨੇ, ਸਾਡੀਆਂ ਭੈਣਾਂ ਨੇ, ਇਹ ਸਾਡੇ ਜ਼ਮੀਰ ਤੇ ਹਮਲਾ। ਸੋ ਉਹਦੇ ਕਰਕੇ ਅੱਜ ਇੱਕ ਬਹੁਤ ਵੱਡੀ ਜਿਹੜਾ ਪ੍ਰੋਟੈਸਟ ਹੋਇਆ ਸ਼ਹਿਰ 'ਚ, ਅੱਜ ਸਾਰੇ ਸ਼ਹਿਰ ਨੇ ਦੇਖਿਆ, ਭਾਰਤ ਨੇ ਦੇਖਿਆ,
ਸੋਸ਼ਲ ਮੀਡੀਆ ਰਾਹੀਂ ਵਰਲਡ ਨੇ ਦੇਖਿਆ ਕਿ ਇਹ ਰੋਸ ਜਿਹੜਾ ਆ ਇਹ ਬਿਲਕੁਲ ਵਿਆਪਕ ਰੋਸ ਆ। ਔਰ ਜੇਕਰ ਇਹ ਨਹੀਂ ਲੈਂਦੇ ਵਾਪਸ ਤੇ ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਾਤੀ ਜਨਗਣਨਾ ਦਾ ਇਹ ਮੁੱਦਾ ਉੱਠ ਰਿਹਾ। ਇਹ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾ ਰਹੇ, ਪਰ ਇਹ ਚੱਲੇਗਾ ਨਹੀਂ। ਇਹ ਪੇੜ ਭਗਵਾਧਾਰੀ, ਇਹ ਪੇੜ ਨੇ, ਇਹ ਪੇੜ ਭਗਵਾਧਾਰੀ RSS ਗੁੰਡੇ ਤਿਆਰ ਕਰ ਰਹੀ। ਇਹ ਬਹੁਤੇ ਦਿਨ ਨਹੀਂ ਚੱਲਣਾ। ਜਿਹੜੀਆਂ ਅਕਲੀਤਾਂ ਨੇ ਇਹ ਜਾਗ ਚੁੱਕੀਆਂ ਨੇ। ਅਸੀਂ ਇਕਜੁੱਟ ਹਾਂ ਔਰ ਅਸੀਂ ਇਹਨਾਂ ਚੀਜ਼ਾਂ ਦੀ ਪੂਰੀ ਫਾਈਟ ਦੇਵਾਂਗੇ ਔਰ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਅੱਜ ਰਾਸ਼ਟਰਪਤੀ ਸਾਹਿਬ ਨੂੰ ਮੰਗ ਪੱਤਰ ਦਿੱਤਾ, ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਦੇ ਬੈਨਰ ਹੇਠ ਨਾਂ ਤੇ ਭੇਜਿਆ। ਉਹਨਾਂ 'ਚ ਮੰਗ ਸਪਸ਼ਟ ਆ ਕਿ ਇੱਕ ਤਾਂ ਇਹ ਕਾਨੂੰਨ ਜਿਹੜਾ ਆਦੇਸ਼ ਆ ਵਾਪਸ ਲਿਆ ਜਾਵੇ ਹਿਜਾਬ ਦਾ। ਦੂਸਰਾ, ਜਿਸ ਐਜੂਕੇਸ਼ਨ ਮਿਨਿਸਟਰ ਨੇ ਇਹ ਆਦੇਸ਼ ਪਾਸ ਕੀਤਾ ਉਹਨੂੰ ਬਰਖਾਸਤ ਕੀਤਾ ਜਾਵੇ। ਤੀਜਾ ਜਿਹੜਾ ਉੱਥੇ ਮੁਸਲਮਾਨਾਂ ਦੀ ਰੱਖਿਆ ਜਿਹੜੀ ਆ ਉਹਨੂੰ ਯਕੀਨੀ ਕੀਤਾ ਜਾਵੇ, ਖਾਸ ਕਰ ਸਾਡੀਆਂ ਧੀਆਂ ਭੈਣਾਂ ਦੀ। ਪਰ ਹੁਣ ਕੋਰਟ ਨੇ ਵੀ ਫੈਸਲਾ ਆਹੀ ਦਿੱਤਾ ਹੈਗਾ ਕਿ ਹਿਜਾਬ ਮਨਜ਼ੂਰ ਨਹੀਂ ਹੈ। ਭਾਰਤ ਦੀ ਕੋਰਟ ਦਾ ਜੋ ਇਸ ਵੇਲੇ ਜੋ ਇੱਕ ਰੁਖ ਆ ਉਹਦਾ ਬੜਾ ਕਲੀਅਰ ਆ ਕਿ ਉਹ ਇਹਨਾਂ ਮਤਲਬ ਹਿੰਦੂਤਵੀ ਤਾਕਤਾਂ ਦੇ ਅਧੀਨ ਜਿਹੜਾ ਇੱਕ ਪ੍ਰੈਸ਼ਰਾਈਜ਼ ਹੋ ਚੁੱਕੀ ਆ ਅਦਾਲਤ, ਚਾਹੇ ਉਹ ਲੋਅਰ ਕੋਰਟ ਥੱਲੇ ਦੀਆਂ ਹੋਣ ਚਾਹੇ ਉੱਪਰ ਦੀਆਂ ਹੋਣ। ਜਿੰਨੇ ਫੈਸਲੇ ਬਾਬਰੀ ਮਸਜਿਦ ਦੇਖ ਲਓ, ਚਾਹੇ ਗ੍ਰਾਮਸਟੇਨ ਉਹਦੇ ਬੱਚਿਆਂ ਨੂੰ ਉੜੀਸਾ ਦੇ ਵਿੱਚ ਜਿੰਦਾ ਸਾੜਿਆ ਹੋਵੇ ਇਹ ਬਜਰੰਗ ਦਲ ਦੇ ਦਾਰਾ ਸਿੰਘ ਵੱਲੋਂ, ਉਹ ਫੈਸਲਾ ਦੇਖ ਲਓ ਕਿ ਇੱਕ ਜਗ੍ਹਾ ਉਹਨੂੰ ਫਾਂਸੀ ਦਿੱਤੀ ਜਾਂਦੀ ਆ ਸੈਸ਼ਨ ਕੋਰਟ 'ਚ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਗ੍ਰਾਮਸਟੇਨ ਦੇ ਬੱਚਿਆਂ ਨੂੰ ਮਾਰਿਆ, ਤੇ ਉੱਪਰਲੀ ਅਦਾਲਤ ਜਿਹੜੀ ਆ ਉਹਨਾਂ ਨੂੰ ਉਮਰ ਕੈਦ 'ਚ ਬਦਲ ਦਿੰਦੀ ਆ। ਤੇ ਉਮਰ ਕੈਦ 'ਚ ਜੋ ਬਦਲਦੀ ਆ ਤੇ ਉਹਦੇ ਸਾਜ਼ਿਸ਼ ਵਿੱਚ ਜਿਹੜੇ ਬੱਚੇ ਮਾਰੇ ਸੀ ਗ੍ਰਾਮਸਟੇਨ ਤੇ ਉਹਨਾਂ ਦੋਸ਼ੀਆਂ ਨੂੰ BJP ਜਿਹੜੀ ਆ MP ਬਣਾ ਕੇ ਪਾਰਲੀਮੈਂਟ 'ਚ ਲਿਆਉਂਦੀ ਆ। ਸੋ ਜਦੋਂ ਪਾਰਲੀਮੈਂਟ 'ਚ ਆਉਂਦੀ ਆ ਅਦਾਲਤਾਂ ਚੁੱਪ ਰਹਿੰਦੀਆਂ। ਲੇਕਿਨ ਜੇ ਕਿਤੇ ਕੋਈ ਘੱਟ ਗਿਣਤੀ ਲੋਕ ਆਪਣੀ ਸੰਵਿਧਾਨਕ ਹੱਕਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕਰਦੇ ਆ, ਕੋਈ ਨਾਅਰਾ ਲਾਉਂਦੇ ਆਪਣਾ, ਚਾਹੇ ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਕਿ ਜੇ ਇਹ ਹਿੰਦੂ ਰਾਸ਼ਟਰ ਕਹਿ ਸਕਦੇ ਆ ਕਿ ਹਿੰਦੂ ਰਾਸ਼ਟਰ ਜਦ ਕਿ ਸੰਵਿਧਾਨ ਦੇ ਵਿੱਚ ਤਾਂ ਹੈ ਹੀ ਨਹੀਂ, ਤਾਂ ਫਿਰ ਜੇ ਸਿੱਖ ਵੀ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਉਹ ਅਨਜਸਟੀਫਾਈ ਕਿੱਦਾਂ ਹੋ ਸਕਦੀ ਆ? ਉਹ ਵੀ ਤਾਂ ਵਾਜਬ ਆ, ਹੈ ਨਾ। ਦੋਹਰੇ ਮਾਪਦੰਡ ਜਿਹੜੇ ਹੈਗੇ ਨੇ ਅਪਣਾਏ ਜਾਂਦੇ ਆ। ਅਦਾਲਤਾਂ ਉਹਨਾਂ ਪ੍ਰਤੀ ਸੌਫਟ ਰਹਿੰਦੀਆਂ ਇੱਕ ਵਿਸ਼ੇਸ਼ ਵਰਗ ਲਈ ਕਿ ਇਹ ਤਾਂ ਨਹੀਂ, ਇਹਨਾਂ ਨੇ ਤਾਂ ਕ੍ਰਾਈਮ ਹੀ ਨਹੀਂ ਕੀਤਾ ਜੀ। ਉਹਨਾਂ ਨੂੰ ਜੇ ਉਹ ਅੱਤਵਾਦੀ ਰੂਪ ਵਿੱਚ ਘਟਨਾ ਕਰਦੇ ਆ ਜਿੱਦਾਂ ਲਖੀਮਪੁਰ ਖੀਰੀ ਦੀ ਹੋਈ ਕਿਸਾਨ ਦਲ ਤੇ, ਉਹਨਾਂ ਨੂੰ ਫਿਰ ਉਹ ਕਹਿੰਦੇ ਆ ਜੀ ਇਹ ਗੈਂਗਸਟਰਾਂ ਦਾ ਇੱਕ ਗਰੁੱਪ ਬਣਾਉਂਦੇ ਆ। ਤਾਂ ਜੇ ਕੋਈ ਘੱਟ ਗਿਣਤੀਆਂ ਵੱਲੋਂ ਕਾਰਵਾਈ ਕਰੇ ਇਹ ਟੈਰਰਿਸਟ ਆ ਜੀ, ਇਹ ਅੱਤਵਾਦੀ ਨੇ। ਸੋ ਇਹ ਚੀਜ਼ਾਂ ਜਿਹੜੀਆਂ ਜਦੋਂ ਗਲਤ ਅਦਾਲਤਾਂ ਕਰਦੀਆਂ ਨੇ ਤੇ ਸਾਡਾ ਘੱਟ ਗਿਣਤੀਆਂ ਦਾ ਅਦਾਲਤਾਂ 'ਚ ਵੀ ਦਿਨੋਂ ਦਿਨ ਯਕੀਨ ਘਟਦਾ ਜਾ ਰਿਹਾ, ਕਿਉਂਕਿ ਅਦਾਲਤਾਂ ਦੋਹਰਾ ਮਾਪਦੰਡ ਅਪਣਾ ਰਹੀਆਂ। ਇੱਥੇ ਵੀ ਆ, ਇਸ ਫੈਸਲੇ 'ਚ ਵੀ ਚਾਹੀਦਾ ਸੀ ਇਮੀਡੀਏਟਲੀ ਕਿ ਜਦੋਂ ਅਦਾਲਤ 'ਚ ਕੇਸ ਗਿਆ ਤੇ ਕਰਨਾਟਕ ਹਾਈ ਕੋਰਟ ਨੂੰ ਚਾਹੀਦਾ ਸੀ ਇਮੀਡੀਏਟਲੀ ਉਸੇ ਵੇਲੇ ਸਟੇ ਕਰਦੇ ਔਰ ਉੱਥੇ ਦੀ ਕਰਨਾਟਕ ਸਰਕਾਰ ਨੂੰ ਆਦੇਸ਼ ਦਿੰਦੇ ਕਿ ਇਹਨੂੰ ਭਾਈ ਇਹ ਬੰਦ ਕਰੋ, ਕਿਉਂਕਿ ਭਾਰਤ ਦਾ ਸੰਵਿਧਾਨ, ਮੈਂ ਪਹਿਲਾਂ ਵੀ ਇੱਕ ਦਿਨ ਕੋਟ ਕੀਤੀ ਸੀ ਗੱਲ, ਪਿਛਲਾ ਜਦੋਂ ਪ੍ਰੋਟੈਸਟ ਹੀ ਕੀਤਾ ਸੀਗਾ ਸਿੱਖ ਲੜਕੀ ਦਾ ਜੋ ਵੀ ਦਿੱਲੀ ਵਿੱਚ ਉਹਨਾਂ ਦਰਿੰਦਗੀ ਹੋਈ, ਮੈਂ ਕਿਹਾ ਸੀ ਕਿ ਬਾਬਾ ਸਾਹਿਬ ਨੇ ਕਿਹਾ ਕਿ ਸੰਵਿਧਾਨ ਜਿੰਨਾ ਮਰਜ਼ੀ ਵਧੀਆ ਕਿਉਂ ਨਾ ਹੋਵੇ, ਜੇ ਉਹਦੀ ਲਾਗੂ ਕਰਨ ਵਾਲਿਆਂ ਦੀ ਨੀਅਤ ਚੰਗੀ ਨਹੀਂ ਤੇ ਉਹ ਸੰਵਿਧਾਨ ਦੇ ਚੰਗੇ ਹੋਣ ਦਾ ਕੀ ਫਾਇਦਾ। ਸੰਵਿਧਾਨ ਦੇ ਵਿੱਚ ਹਰੇਕ ਧਰਮ ਦੀ ਦੇਖੋ ਰਾਖੀ ਕੀਤੀ ਗਈ ਆ। ਮੈਂ ਸੰਵਿਧਾਨ ਦਾ ਮੰਨਣ ਵਾਲਾ, ਸੰਵਿਧਾਨ ਦਾ ਆਰਟੀਕਲ 19-25 ਪੂਰੀ ਤਰ੍ਹਾਂ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਪਹਿਰਾਵੇ ਦਾ, ਉਹਨਾਂ ਦੇ ਬੋਲਣ ਦਾ, ਉਹਨਾਂ ਦੇ ਧਰਮ ਦੇ ਪ੍ਰਚਾਰ ਦੀ ਪੂਰੀ ਤਰ੍ਹਾਂ ਵਿਆਖਿਆ ਆ। ਲੇਕਿਨ ਇਹ ਸਰਕਾਰਾਂ ਉਹਨਾਂ ਆਰਟੀਕਲਾਂ ਨੂੰ ਐਕਸਪਲੇਨ ਨਹੀਂ ਕਰਦੀਆਂ, ਲੋਕਾਂ 'ਚ ਨਹੀਂ ਰੱਖਦੀਆਂ, ਜਿਹਦੇ ਕਰਕੇ ਸਾਡੇ 'ਤੇ ਹਮਲੇ ਹੁੰਦੇ। ਪਰ ਅਦਾਲਤਾਂ ਦਾ ਰੁਖ ਨਹੀਂ ਇੱਦਾਂ ਚਾਹੀਦਾ, ਕਿਉਂਕਿ ਅਦਾਲਤਾਂ ਜੇ ਇੱਦਾਂ ਕਰਨਗੀਆਂ ਤੇ ਘੱਟ ਗਿਣਤੀਆਂ ਦਾ ਯਕੀਨ ਭਾਰਤ ਦੀ ਵਿਵਸਥਾ ਤੋਂ ਉੱਡ ਜਾਊਗਾ ਜੀ। ਵਾਕਈ ਪਰ ਜਿਹੜਾ ਸੰਵਿਧਾਨ ਹੈਗਾ, ਮੈਨੂੰ ਲੱਗਦਾ ਲਾਰੈਂਸ ਚੌਧਰੀ ਦਾ ਕਹਿਣਾ ਹੈਗਾ ਕਿ ਜਿਹੜਾ ਸੰਵਿਧਾਨ ਹੈਗਾ ਉਹਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ, ਧੱਜੀਆਂ ਉਡਾਈਆਂ ਜਾਂਦੀਆਂ ਨੇ ਇੱਥੋਂ ਦੀਆਂ ਹਕੂਮਤਾਂ ਦੇ ਵੱਲੋਂ ਹੀ। ਖਲੀਲ ਅਹਿਮਦ ਜੀ ਮੇਰੇ ਨਾਲ ਹੈਗੇ ਨੇ, 2 ਲਾਈਨਾਂ 'ਚ ਕੁਝ ਕਹਿਣਾ ਚਾਹੋਗੇ? ਕੀ ਲੱਗਦਾ ਤੁਹਾਨੂੰ? ਕਾਫੀ ਜ਼ਿਆਦਾ ਪਹਿਲਾਂ ਵੀਡੀਓਜ਼ ਵਾਇਰਲ ਹੋਈਆਂ, ਕੁੱਟਿਆ ਜਾਂਦਾ ਰਿਹਾ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ, ਤੁਹਾਡਾ ਸਾਡਾ ਕਾਹਦਾ ਹੋਇਆ ਵੈਸੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਕਹਿ ਲਓ, ਪਰ ਲੜਕੀ ਨੇ ਜਿਹੜੀ ਦਲੇਰੀ ਵਿਖਾਈ ਹੈ, ਸ਼ਾਇਦ ਲੜਕੀ ਤੱਕ ਤੁਹਾਡੀ ਆਵਾਜ਼ ਜਾਵੇ। ਕੁਝ ਕਹਿਣਾ ਚਾਹੋਗੇ ਲੜਕੀ ਨੂੰ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਿੱਖ ਮੁਸਲਿਮ ਈਸਾਈ ਸਾਂਝਾ ਫਰੰਟ ਦਾ ਜਿਹੜਾ ਪ੍ਰੋਗਰਾਮ ਹੁਸ਼ਿਆਰਪੁਰ ਦੇ ਵਿੱਚ ਹੋਇਆ, ਇਹ ਪ੍ਰੋਗਰਾਮ ਮੈਂ ਮੁਸਕਾਨ ਭੈਣ ਜੀ ਨੂੰ ਸੰਪ੍ਰਿਤ ਕਰਦਾ ਜੀ ਔਰ ਬਹੁਤ ਮੁਬਾਰਕਬਾਦ ਦਿੰਦਾ ਕਿ ਉਹ ਸ਼ੇਰਨੀ ਨੇ ਕੁੱਤਿਆਂ ਦੇ ਝੁੰਡ ਨੂੰ ਭਜਾ ਕੇ ਦੜਾਇਆ ਜਿਹੜੇ ਕਿ ਕਿਰਾਏ ਦੇ ਟੱਟੂ ਸੀ। ਪਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਜਿਹੜਾ
ਸਾਡਾ ਪੀਐਮ ਕਹਿੰਦਾ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਆਪਾਂ ਲੈ ਕੇ ਚੱਲਾਂਗੇ, ਉਹ ਕੁਝ ਦਿਨ ਬਾਅਦ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਉਹ ਬਦਲ ਗਿਆ ਔਰ ਉਹਨਾਂ ਨੇ ਘੱਟ ਗਿਣਤੀਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਿੱਖ ਕੌਮ ਤੇ ਮੁਸਲਿਮ ਕੌਮ ਤੇ ਔਰ ਦੂਸਰੇ ਦਲਿਤ ਭਾਈਚਾਰੇ ਤੇ ਧੱਕੇਸ਼ਾਹੀ ਹੋ ਰਹੀ ਹੈ। ਪਰ ਉਹਨਾਂ ਦਾ ਬੰਦਾ ਕਿਸਾਨਾਂ ਨੂੰ ਰਗੜ ਕੇ 100 ਦਿਨ ਬਾਅਦ ਰਿਹਾ ਹੋ ਜਾਂਦਾ। ਸਾਡੇ ਬੰਦਿਆਂ ਨੇ ਇੱਕ ਝੂਠਾ ਇਲਜ਼ਾਮ ਸਾਡੇ ਬੰਦਿਆਂ ਤੇ ਲਾ ਕੇ ਕਿਸਾਨੀ ਅੰਦੋਲਨ ਦੇ ਵਿੱਚ ਤਿਰੰਗੇ ਦਾ ਅਪਮਾਨ ਕਰਨ ਦੇ ਰੂਪ ਦੇ ਵਿੱਚ ਉਹਨਾਂ ਤੇ UAPA ਲਾ ਕੇ ਉਹਨਾਂ ਨੂੰ ਅੰਦਰ ਕੀਤਾ। ਜਿੱਦਾਂ ਕਿ ਸ਼ਮੋਗਾ ਦੇ ਵਿੱਚ ਭਗਵਾ ਧਾਰੀਆਂ ਨੇ ਝੰਡਾ ਲਾਇਆ, ਭਗਵਾ ਝੰਡਾ ਲਹਿਰਾਇਆ, ਉਹਦੇ ਬਾਰੇ ਉਹਨਾਂ ਨੇ ਉੱਥੇ ਦੀ ਸਰਕਾਰ ਨੇ ਜਾਂ ਦਲਾਲ ਮੀਡੀਆ ਨੇ ਜਾਂ ਗੋਦੀ ਮੀਡੀਆ ਨੇ ਕੋਈ ਗੱਲ, ਕੋਈ ਬਾਤ, ਕੋਈ ਐਕਸ਼ਨ ਨਹੀਂ ਲਿਆ। ਹਾਲਾਂਕਿ ਸਰਕਾਰ ਨੂੰ ਚਾਹੀਦਾ ਸੀ ਕਿ ਸਾਡਾ ਤਿਰੰਗਾ ਸਾਡੀ ਸ਼ਾਨ ਹੈ, ਇਹ ਸਾਰੇ ਰੂਪ ਮਿਲ ਕੇ ਬਣਿਆ ਔਰ ਉਹਨਾਂ ਦੇ ਖਿਲਾਫ UAPA ਲਾ ਕੇ ਉਹਨਾਂ ਨੂੰ ਉਮਰ ਕੈਦ ਦਾ ਕਾਨੂੰਨ ਲਾਗੂ ਉਹਨਾਂ ਤੇ ਕਰਕੇ ਉਹਨਾਂ ਨੂੰ ਕੈਦ ਕਰਨਾ ਚਾਹੀਦਾ ਸੀ। ਪਰ ਮੈਂ ਸੁਪਰੀਮ ਕੋਰਟ ਨੂੰ ਫਿਰ ਕਿਤੇ ਨਾ ਕਿਤੇ ਅਪੀਲ ਕਰਦਾ ਕਿ ਸੁਪਰੀਮ ਕੋਰਟ ਉਹਨਾਂ ਨੂੰ ਸਜ਼ਾ ਦੇ ਅੰਦਰ ਲੈ ਕੇ ਆਵੇ ਔਰ ਉਹਨਾਂ ਤੇ ਉਮਰ ਕੈਦ ਔਰ ਫਾਂਸੀ ਦੀ ਸਜ਼ਾ ਲਾਈ ਜਾਵੇ ਕਿ ਸਾਡੇ ਤਿਰੰਗੇ ਦਾ ਅਪਮਾਨ ਕੀਤਾ। ਪਰ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਅਸਲ ਦੇ ਵਿੱਚ ਉਹ ਰਾਜ ਜਿਹੜਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਸੀ। ਆਪਾਂ ਚਾਹੁੰਦੇ ਹਾਂ ਕਿ ਮੁੜ ਕੇ ਉਹੀ ਰਾਜ ਆਵੇ ਤਾਂ ਕਿ ਆਪਾਂ ਆਪਣੇ ਆਪ ਨੂੰ ਸੇਫ ਫੀਲ ਕਰੀਏ, ਤਾਂ ਉਸ ਰਾਜ ਦੇ ਵਿੱਚ ਆਪਾਂ ਆਪਣੇ ਮੁਲਕ ਨੂੰ ਅੱਗੇ ਲੈ ਕੇ ਚੱਲੀਏ। ਕਿਉਂਕਿ ਇਹ ਜਿਹੜਾ ਮੁਲਕ ਹੈ ਨਾ ਭਾਰਤ, ਇਹ ਸਾਡੇ ਲਈ ਬਾਈ ਚਾਂਸ ਨਹੀਂ ਹੈ, ਇਹ ਸਾਡੇ ਲਈ ਬਾਈ ਚੁਆਇਸ ਹੈ। ਅਸੀਂ ਇਸ ਮੁਲਕ ਲਈ ਕੁਰਬਾਨੀਆਂ ਦਿੱਤੀਆਂ ਔਰ ਮੁਲਕ ਨੂੰ ਅਸੀਂ ਸਾਡੇ ਪੁਰਖਾਂ ਨੇ ਖੂਨ ਜਿਹੜਾ ਕੁਰਬਾਨੀਆਂ ਦਿੱਲੀ ਤੋਂ ਲੈ ਕੇ, ਦਿੱਲੀ ਦੇ ਚਾਂਦਨੀ ਚੌਂਕ ਤੋਂ ਲੈ ਕੇ ਆਪਣੇ ਜਲੰਧਰ ਅੰਮ੍ਰਿਤਸਰ ਤੱਕ ਦੇ ਦਰਖਤਾਂ ਦੇ ਜਿਹੜੀਆਂ ਲਾਸ਼ਾਂ ਟੰਗਵਾਈਆਂ ਸੀ, ਉਹ ਲਾਸ਼ਾਂ ਦਾ ਜਿਹੜਾ ਨਤੀਜਾ ਸੀ ਉਹ ਇਹ ਸੀ ਕਿ ਅਸੀਂ ਭਾਰਤ ਨੂੰ ਆਜ਼ਾਦ ਕਰਾਇਆ ਸੀ। ਇਹ ਜਿਹੜੇ ਚਮਚੇ ਸੀ, ਦੱਲੇ ਸੀ, ਇਹਨਾਂ ਨੇ ਉਸ ਟਾਈਮ ਵੀ ਸਾਡੇ ਭਾਈਚਾਰੇ ਨਾਲ ਖਿਲਵਾੜ ਕਰਕੇ, ਇਹਨਾਂ ਨੇ ਉਦੋਂ ਵੀ ਪਿੱਛੇ ਆਪਣੀਆਂ ਮੁਨਾਫਕਾਨਾ ਹਰਕਤ ਕਰਕੇ ਸਾਡੇ ਬੰਦਿਆਂ ਦਾ ਘਾਣ ਕਰਾਇਆ ਸੀ। ਸੋ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਸੁਪਰੀਮ ਕੋਰਟ ਨੂੰ ਕਿ ਇਹਨਾਂ ਤੇ ਕਾਨੂੰਨ ਲਾਇਆ ਜਾਵੇ ਔਰ ਇਹ ਜਿਹੜੇ ਭਗਵਾਧਾਰੀ ਅੱਤਵਾਦੀ ਨੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਫਾਂਸੀ ਦਾ ਹੁਕਮ ਦਿੱਤਾ ਜਾਵੇ ਕਿ ਇੱਕ 500 ਬੰਦਿਆਂ ਦਾ ਝੁੰਡ ਇੱਕ ਕੁੜੀ ਤੇ ਆ ਕੇ, ਇੱਕ ਲੇਡੀਜ਼ ਤੇ ਆ ਕੇ ਹਮਲਾ ਕਰਦਾ, ਉਹਨਾਂ ਨੂੰ ਸ਼ਰਮ ਚਾਹੀਦੀ ਹੈ, ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ। ਸੋ ਮੈਂ ਇਸ ਕਰਕੇ ਕਹਿਣਾ ਕਿ ਇਹਨਾਂ ਦੇ ਛੇਤੀ ਤੋਂ ਛੇਤੀ ਕਾਨੂੰਨ ਸਖਤ ਲਿਆਇਆ ਜਾਵੇ। ਵਾਕਈ ਲੜਕੀ ਨੂੰ ਸ਼ੇਰਨੀ ਦੱਸਿਆ ਜੀ ਵੀ ਉਸ ਸ਼ੇਰਨੀ ਨੇ ਉਹ ਜਿਹੜੇ ਗਿੱਦੜਾਂ ਦਾ ਝੁੰਡ ਸੀਗਾ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ। ਕਰਨੈਲ ਸਿੰਘ ਲਵਲੀ ਜੀ ਕੀ ਕਹਿਣਾ ਚਾਹੁੰਦੇ ਹੋ? ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈਗੇ ਜੀ। ਅੱਜ ਹੁਸ਼ਿਆਰਪੁਰ ਦੇ ਵਿੱਚ ਸਿੱਖ ਮੁਸਲਿਮ ਦਲਿਤ ਈਸਾਈ ਸਾਂਝੇ ਫਰੰਟ ਵੱਲੋਂ ਆ ਜਿਹੜਾ ਕਰਨਾਟਕ ਸਰਕਾਰ ਦਾ, ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਗਿਆ, ਉਹਦਾ ਕਾਰਨ ਇਹ ਬਣਿਆ ਕਿ ਕਰਨਾਟਕ ਦੇ ਵਿੱਚ ਜਿਹੜਾ ਸਿੱਖਿਆ ਮੰਤਰੀ ਉੱਥੇ ਦਾ, ਉਹਨੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਮੁਸਲਿਮ ਭਾਈਚਾਰੇ ਦਾ ਧਾਰਮਿਕ ਲਿਵਾਜ਼ ਆ, ਜਿਹੜਾ ਪਾਕ ਲਿਫਾਜ਼ ਆ, ਜਿਹੜਾ ਹਿਜਾਬ ਦੇ ਉੱਤੇ ਪਾਬੰਦੀ ਲਾਤੀ। ਉਸ ਤੋਂ ਬਾਅਦ ਕੀ ਹੋਇਆ, ਜਿਹੜੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਬੱਚੇ ਪੜ੍ਹਦੇ ਸੀਗੇ, ਉਹ ਜਿਹੜੇ ਸੰਘੀ ਗੁੰਡੇ ਸੀਗੇ ਉੱਥੇ RSS ਨਾਲ ਰਿਲੇਟਡ ਸੀ, ਉਹਨਾਂ ਨੇ ਉੱਥੇ ਜਿਹੜੀਆਂ ਮੁਸਲਿਮ ਲੜਕੀਆਂ ਜਦੋਂ ਹਿਜਾਬ ਪਾ ਕੇ ਉੱਥੇ ਆਈਆਂ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ। ਪਰ ਅਸੀਂ ਉਸ ਭੈਣ ਨੂੰ, ਮੁਸਕਾਨ ਖਾਨ ਉਸ ਭੈਣ ਦਾ ਨਾਮ ਆ, ਉਸ ਭੈਣ ਨੂੰ ਅਸੀਂ ਸਲੂਟ ਕਰਦੇ ਹਾਂ। ਉਸ ਭੈਣ ਨੇ ਸੰਘੀ ਗੁੰਡਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਝੁਕਣ ਦੀ ਬਜਾਏ ਅੱਲਾਹੂ ਅਕਬਰ ਦਾ ਨਾਰਾ ਜਿਹੜਾ ਉਹ ਬੁਲੰਦ ਕੀਤਾ, ਜਿਹਦੇ ਨਾਲ ਕਿ ਉਹਨੂੰ ਤਾਕਤ ਵੀ ਮਿਲੀ। ਇਹ ਭੀੜਾਂ ਦੇ ਨਾਲ ਨੇ ਤਾਂ ਬਹੁਤਾ ਦੇਖਿਆ ਜਾਂਦਾ ਵੀ ਜਦੋਂ ਲੜਕੀਆਂ ਉੱਤੇ, ਔਰਤਾਂ ਤੇ ਕੋਈ ਇਦਾਂ ਭੀੜ ਕੋ ਹਮਲਾ ਕਰਦੀ ਜਾਂ ਕੁਛ ਕਰਦੀ ਆ, ਉਹ ਨਮੋਸ਼ੀ ਦੇ ਵਿੱਚ ਹੀ ਮਤਲਬ ਉਹ ਕਮਜ਼ੋਰ ਪੈ ਜਾਂਦੀਆਂ। ਇਹ ਉਸ ਅੱਲਾਹੂ ਅਕਬਰ ਦਾ ਜਿਹੜਾ ਪਾਕ ਨਾਰਾ ਲਾਇਆ ਗਿਆ, ਉਹਦੀ ਤਾਕਤ ਹੀ ਸੀ ਵੀ ਉਹ ਜਿਹੜੀ ਬੱਚੀ ਸੀ ਗੁੰਡਿਆਂ ਦੇ ਨਾਲ ਭਿੜ ਗਈ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ, ਇਹ ਅਸੀਂ ਇਹ ਮੰਗ ਕਰਦੇ ਆ, ਚੇਤਾਵਨੀ ਵੀ ਦਿੰਦੇ ਆ ਕਰਨਾਟਕ ਸਰਕਾਰ ਨੂੰ ਕਿ ਜਿਹੜਾ ਉੱਥੇ ਇਹ ਧਾਰਮਿਕ ਜਿਹੜੇ ਹੱਕ ਹਕੂਕ ਆ, ਜਿਹੜੇ ਸੰਵਿਧਾਨ ਦੇ ਵਿੱਚ ਗੱਲ ਕਰਦੇ ਆ ਵੀ ਸੰਵਿਧਾਨ ਦੇ ਵਿੱਚ ਇਹ ਲਿਖਿਆ ਗਿਆ ਵੀ ਸਾਰਿਆਂ ਨੂੰ ਰਾਈਟ ਦਿੱਤੇ ਗਏ ਆ, ਜੇ ਉੱਥੇ ਕਰਨਾਟਕ ਦਾ ਸਿੱਖਿਆ ਮੰਤਰੀ ਇਹ ਕਹਿ ਸਕਦਾ ਹਿਜਾਬ ਨਾ ਪਾਓ, ਤੇ ਕੱਲ ਨੂੰ ਹੋਰ ਸਟੇਟਾਂ ਦੇ ਵਿੱਚ ਸਿੱਖਾਂ ਦੇ ਉੱਤੇ, ਮੁਸਲਮਾਨਾਂ ਦੇ ਉੱਤੇ, ਈਸਾਈਆਂ ਉੱਤੇ, ਮੂਲ ਨਿਵਾਸੀ ਦਲਿਤਾਂ ਦੇ ਜਿਹੜੇ ਆਪਣੇ ਧਾਰਮਿਕ ਹੱਕ ਹਕੂਕ ਆ ਉਹਨਾਂ ਨੂੰ ਵੀ ਖਤਮ ਕੀਤਾ ਜਾ ਸਕਦਾ। ਤੇ ਸੋ ਇਹ ਜਿਹੜੀ ਗੱਲ ਪਹਿਲਾਂ ਬਾਰ-ਬਾਰ ਇਹ ਚੱਲਦੀ ਪਈ ਸੀਗੀ ਵੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਕਿਹਾ ਸੀ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ, ਪਰ ਜੇ ਉਹਨੂੰ ਲਾਗੂ ਕਰਨ ਵਾਲੇ ਜਾਂ ਰਾਜ ਕਰਨ ਵਾਲੇ ਹੀ ਗਲਤ ਹੋਣ ਤੇ ਉਸ ਚੰਗੇ ਸੰਵਿਧਾਨ ਜਿਹੜਾ ਵਾ ਉਹ ਲੋਕਾਂ ਨੂੰ ਹੱਕ ਨਹੀਂ ਦੇ ਸਕਦਾ।
ਸੋ ਗੱਲ ਇਹ ਸੀਗੀ ਵੀ ਜਦੋਂ 1947 ਵੇਲੇ ਪਾਰਲੀਮੈਂਟ ਵਿੱਚ ਪਹਿਲਾਂ ਐਮਪੀ ਬਿਠਾਏ ਸੀ, ਉਹ ਐਮਪੀ ਜਿਹੜੇ ਬਿਠਾਏ ਸੀ ਕੀ ਉਹਨਾਂ ਦੀਆਂ ਵੋਟਾਂ ਹੋਈਆਂ ਸੀ? ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਪੁੱਛ ਚੁੱਕਾ ਵੀ ਜਿਹੜਾ ਪਾਰਲੀਮੈਂਟ 'ਚ 47 ਤੋਂ ਬਾਅਦ ਐਮਪੀ ਬੈਠੇ ਆ, ਹੁਣ ਤਾਂ ਚਲੋ ਵੋਟਾਂ ਹੁੰਦੀਆਂ, ਉਦੋਂ ਵੋਟਾਂ ਨਾਲ ਬੈਠੇ ਸੀ? ਉਹਨਾਂ ਨੇ ਪਹਿਲਾਂ ਹੀ ਆਪਣਾ ਇੱਕ ਢਾਂਚਾ 47 ਤੋਂ ਬਾਅਦ ਉਹਨਾਂ ਨੇ ਤਿਆਰ ਕਰ ਲਿਆ ਸੀ ਕਿ ਚਾਹੇ ਲੱਖ ਇੱਥੇ ਅਸੀਂ ਜੋ ਮਰਜ਼ੀ ਕਰ ਲਈਏ, ਇਹ ਚਾਹ ਕੇ ਵੀ ਪਾਰਲੀਮੈਂਟ ਵਿੱਚ ਚਾਹੇ ਸਿੱਖ ਵਾ, ਮੁਸਲਿਮ ਆ, ਦਲਿਤ, ਮੂਲ ਨਿਵਾਸੀ ਆ, ਈਸਾਈ ਆ, ਇਹ ਪਾਰਲੀਮੈਂਟ ਵਿੱਚ ਆਪਣਾ ਰਾਜ ਕਾਇਮ ਨਹੀਂ ਕਰ ਸਕਦੇ। ਸੋ ਅਸੀਂ ਇਹ ਗੱਲ ਕਰਦੇ ਹਾਂ ਇਨਸਾਫ ਦੀ ਸਾਨੂੰ ਕੋਈ ਆਸ ਨਹੀਂ ਹੋ, ਸਿਰਫ ਸਾਡੀ ਜਿਹੜੀ ਏਕਤਾ ਵਾ ਸਿੱਖਾਂ ਦੀ, ਮੁਸਲਮਾਨਾਂ ਦੀ, ਦਲਿਤਾਂ ਦੀ, ਮੂਲ ਨਿਵਾਸੀਆਂ ਦੀ, ਈਸਾਈਆਂ ਦੀ, ਇਹ ਏਕਤਾ ਹੀ ਉਹਨਾਂ ਨੂੰ ਪਿੱਛੇ ਧੱਕ ਸਕਦੀ ਆ। ਜੇ ਤੁਸੀਂ ਕਹੋ ਅਦਾਲਤਾਂ, ਕੋਰਟਾਂ, ਸਾਨੂੰ ਕੋਈ ਇਨਸਾਫ ਦੀ ਇਹਨਾਂ ਤੋਂ ਆਸ ਨਹੀਂ, ਉਹ ਨਾ ਹੀ ਅਸੀਂ ਅੱਗੇ ਰੱਖਾਂਗੇ। ਵਾਕਈ ਇਨਸਾਫ ਦੀ ਆਸ ਨਹੀਂ। ਮੈਨੂੰ ਲੱਗਦਾ ਕਿ ਇੱਕ ਬਹੁਤ ਹੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਉਹਨਾਂ ਦੇ ਵਾਸਤੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਸਾਡੇ ਸਿਸਟਮ ਦੇ ਵਿੱਚ ਭਰੋਸਾ ਰੱਖੋ। ਹੁਣ ਇਸ ਦੇਸ਼ ਦੇ ਜਿਹੜੇ ਵਾਸੀ ਨੇ ਜਦੋਂ ਉਹ ਇਹ ਗੱਲ ਕਹਿਣ ਕਿ ਸਾਡਾ ਇੱਥੇ ਵਿਸ਼ਵਾਸ ਨਹੀਂ ਹੈਗਾ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਨੂੰ ਆਪਣੇ ਅੰਦਰ ਝਾਕ ਕੇ ਵੇਖਣਾ ਚਾਹੀਦਾ ਹੈ ਕਿ ਤੁਹਾਡੇ ਮੁਲਕ ਦੇ ਜਿਹੜੇ ਵਾਸੀ ਨੇ, ਵਸਨੀਕ ਨੇ, ਜਿਨ੍ਹਾਂ ਦੇ ਪੁਰਖਿਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਲਈ, ਅੱਜ ਉਹ ਤੁਹਾਡੇ ਵਿੱਚ ਵਿਸ਼ਵਾਸ ਕਿਉਂ ਨਹੀਂ ਰੱਖਦੇ? ਇਹ ਤੁਹਾਡੇ ਵਾਸਤੇ ਸਵਾਲ ਹੈ, ਉਹਨਾਂ ਵਾਸਤੇ ਸਵਾਲ ਹੈ ਜਿਹੜੇ ਕਹਿੰਦੇ ਕਿ ਭਰੋਸਾ ਰੱਖੋ, ਜੁਡੀਸ਼ਰੀ ਵਿੱਚ ਭਰੋਸਾ ਰੱਖੋ, ਸਾਡੇ ਸਿਸਟਮ ਦੇ ਵਿੱਚ ਭਰੋਸਾ ਰੱਖੋ, ਸਾਡੀ ਪਾਰਟੀ ਤੇ ਭਰੋਸਾ ਰੱਖੋ। ਜਦੋਂ ਅਸੀਂ ਸਰਕਾਰ ਬਣਾ ਲਾਂਗੇ ਅਸੀਂ ਸਾਰਾ ਕੁਝ ਠੀਕ ਕਰ ਦਾਂਗੇ। 74-75 ਵਰ੍ਹੇ ਪਹਿਲਾਂ ਬੀਤ ਚੁੱਕੇ ਆ, ਹੁਣ ਤੱਕ ਕੀ ਠੀਕ ਹੋਇਆ? ਤੁਹਾਡੇ ਵਾਸਤੇ ਇਹ ਸਵਾਲ ਹੈ। ਵੀਰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਭਾਜੀ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਸਾਡੀ ਭੈਣ ਨਾਲ ਜੀ ਕਰਨਾਟਕਾ ਦੇ ਵਿੱਚ ਜੋ ਮਤਲਬ ਕਿ ਕੰਮ ਹੋਇਆ ਉੱਥੇ, ਮੈਂ ਤਾਂ ਇਸ ਭੈਣ ਨੂੰ ਨਾ ਸਲੂਟ ਮਾਰਨਾ ਚਾਹੁੰਦਾ, ਸਲਾਮ ਕਹਿਣਾ ਚਾਹੁੰਦਾ। ਠੀਕ ਹੈ ਕਿ ਭੈਣ ਨੇ ਦਿਖਾ ਦਿੱਤਾ ਕਿ ਅਸੀਂ ਕੌਮ ਡਰਨ ਵਾਲੇ ਨਹੀਂ ਆ। ਜੀ ਠੀਕ ਹੈ, ਇਸ ਭੈਣ ਨੇ ਜੋ ਉੱਥੇ ਦਿਖਾਇਆ ਸਭ ਦੁਨੀਆ ਨੇ ਦੇਖਿਆ ਤੇ ਉਨ ਲੋਕਾਂ ਨੂੰ ਵੀ ਪਤਾ ਲੱਗ ਗਿਆ ਜਿਨ੍ਹਾਂ ਨੇ ਆਰਐਸਐਸ ਦੇ ਗੁੰਡਿਆਂ ਨੇ ਇਹਨਾਂ ਨਾਲ ਇਹ ਕੀਤਾ, ਉਹਨਾਂ ਨੂੰ ਵੀ ਪਤਾ ਕਿ ਕੌਮ ਡਰਨ ਵਾਲੀ ਨਹੀਂ ਆ। ਤੇ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਆ ਕਿ ਇੱਕ ਸਾਡੀ ਧੀ, ਸਾਡੀ ਭੈਣ ਤੁਹਾਡੇ ਤੋਂ ਨਹੀਂ ਡਰ ਸਕਦੀ ਤੇ ਸਮਝ ਲਓ ਕੋਈ ਮੁਸਲਮਾਨ ਕੌਮ ਤੁਹਾਡੇ ਤੋਂ ਡਰਨ ਵਾਲੀ ਨਹੀਂ ਆ। ਤੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਣੇ ਆਪ ਨੂੰ ਕੰਟਰੋਲ ਕਰ ਲਓ। ਜੇ ਮੁਸਲਮਾਨ ਇੱਕ ਵਾਰੀ ਜਾਗ ਉੱਠੇ, ਇੱਕ ਮੁਸਲਮਾਨ ਇੱਕ ਵਾਰੀ ਉੱਠ ਗਏ ਤੇ ਤੁਹਾਡੇ ਵਾਸਤੇ ਔਖਾ ਹੋ ਜਾਊਗਾ, ਮੋਦੀ ਸਰਕਾਰ ਵਾਸਤੇ ਔਖਾ ਹੋ ਜਾਊਗਾ। ਤੇ ਇਹੀ ਸੁਨੇਹਾ ਮੈਂ ਸਲਾਮ ਕਰਦਾ ਆਪਣੀ ਭੈਣ ਨੂੰ ਕਿ ਭੈਣ ਤੂੰ ਬਹਾਦਰੀ ਦਿਖਾਈ ਆ, ਤੂੰ ਕਈ ਮੁਸਲਮਾਨਾਂ ਦੇ ਦਿਲ ਖੋਲ੍ਹਤੇ, ਕਈ ਮੁਸਲਮਾਨ ਠਾਲ ਚੁੱਕੀ ਆ ਕਿ ਉੱਠੋ ਤੇ ਲੜੋ, ਕਿ ਆਪਣੇ ਧਰਮ ਵਾਸਤੇ, ਆਪਣੇ ਹੱਕ ਵਾਸਤੇ ਲੜੋ। ਤੇ ਮੁਸਲਮਾਨ ਹੁਣ ਜਾਗ ਚੁੱਕੇ ਆ, ਹੁਣ ਬਰਦਾਸ਼ਤ ਨਹੀਂ ਹੋਊਗਾ। ਜੋ ਧੱਕਾ ਹੋਣਾ ਸੀ ਧੱਕਾ ਕਰ ਚੁੱਕੇ ਆ, ਹੁਣ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਤਾਂ ਅਸੀਂ ਆਪਣੀ ਭੈਣ ਨਾਲ ਖੜੇ ਆ। ਜੇ ਕੱਲ੍ਹ ਨੂੰ ਕੋਈ ਵੀ ਮਤਲਬ ਜੇ ਸਰਕਾਰ ਆਪਣਾ ਜੋ ਕਾਨੂੰਨ ਹੈ ਵਾਪਸ ਨਹੀਂ ਲੈਂਦੀ ਆ ਤਾਂ ਅਸੀਂ ਰੋਡ ਪ੍ਰਦਰਸ਼ਨ ਬਹੁਤ ਤਕੜਾ ਕਰਾਂਗੇ ਕਿ ਦਿਖਾਵਾਂਗੇ ਕਿ ਦੁਨੀਆ ਨੂੰ ਕਿ ਅਸੀਂ ਭੈਣ ਦੇ ਨਾਲ ਖੜੇ ਆ, ਅਸੀਂ ਕੁਝ ਵੀ ਕਰ ਸਕਦੇ ਹਾਂ। ਤੇ ਮੋਦੀ ਸਰਕਾਰ ਨੂੰ ਸਾਡਾ ਇਹੀ ਮੈਸੇਜ ਆ ਕਿ ਆਪਣੇ ਜਿਹੜੇ ਗੁੰਡੇ ਆ, ਆਪਣੇ ਗੁੰਡਿਆਂ ਨੂੰ ਕੰਟਰੋਲ 'ਚ ਰੱਖ ਲਓ। ਆਪਣੇ ਗੁੰਡਿਆਂ ਨੂੰ, ਜਿਹੜੇ ਆਰਐਸਐਸ ਦੇ ਗੁੰਡੇ ਆ, ਉਹਨਾਂ ਨੂੰ ਕੰਟਰੋਲ 'ਚ ਰੱਖੋ ਤੇ ਇਹਨਾਂ ਨੂੰ ਸਮਝਾ ਲਓ, ਨਹੀਂ ਤਾਂ ਬਹੁਤ ਮਾੜਾ ਹੋਊਗਾ ਤੁਹਾਡੇ ਵਾਸਤੇ। ਵਾਕਈ ਨਹੀਂ ਤਾਂ ਬਹੁਤ ਮਾੜਾ ਹੋਊਗਾ। ਸਿੰਗੜੀ ਵਾਲਾ ਜੀ ਕੀ ਕਹਿਣਾ ਚਾਹੁੰਦੇ ਹੋ? ਅੱਜ ਲੜਕੀ ਨੇ ਪੂਰੀ ਜ਼ੁਰਤ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਹੈ ਔਰ ਜਿਵੇਂ ਅੱਜ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ, ਮੈਂ ਜਿਹੜੀ ਗੱਲ ਆਖੀ ਸੀ ਕਿ ਮੈਂ ਅਖੀਰ ਦੇ ਵਿੱਚ ਦੱਸੂਗਾ, ਉਹ ਗੱਲ ਆਹੀ ਹੈ ਕਿ ਇੱਥੇ ਜਿਹੜੀ ਖਾਸ ਗੱਲ ਅੱਜ ਦੇ ਇਸ ਮਾਰਚ ਦੇ ਵਿੱਚ ਹੋਈ ਆ ਉਹ ਇਹ ਹੈ ਕਿ ਇੱਥੇ ਇਹ ਨਹੀਂ ਵੇਖਿਆ ਗਿਆ ਕਿ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਉਹ ਲੜਕੀ ਸੀਗੀ ਜਾਂ ਕਿਹਦੇ ਧਰਮ ਦੇ ਨਾਲ। ਇੱਥੇ ਦਲਿਤ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ, ਇੱਥੇ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ, ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ। ਸੋ ਸਾਰੇ ਸੱਜਣ ਇੱਥੇ ਇਕੱਠੇ ਹੋਏ, ਈਸਾਈ ਭਾਈਚਾਰੇ ਦੇ ਲੋਕ ਵੀ ਇਕੱਠੇ ਹੋਏ। ਸੋ ਉਹਨਾਂ ਨੇ ਇਕੱਠਿਆਂ ਹੋ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਭਾਵੇਂ ਇਹ ਸਮਝੋ ਵੀ ਅਸੀਂ ਤੁਹਾਨੂੰ ਵੰਡਿਆ ਹੋਇਆ, ਪਰ ਅਸੀਂ ਸਾਰੇ ਜਾਣੇ ਇੱਕੋ ਆ। ਕਿਹਨਾਂ ਲੋਕਾਂ ਦੇ ਵਾਸਤੇ ਜਿਹੜੇ ਜ਼ੁਲਮ ਕਰਦੇ ਆ, ਜਿਹੜੇ ਧੱਕੇਸ਼ਾਹੀਆਂ ਕਰਦੇ ਆ, ਜਿਹੜੇ ਭਗਵਾਂ ਧਾਰੀ ਗੁੰਡੇ ਨੇ, ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਅੱਜ ਕਿ ਤੁਸੀਂ ਜਿੱਦਾਂ ਮਰਜ਼ੀ ਸਾਡੇ ਨਾਲ ਵਧੀਕੀਆਂ ਕਰਦੇ, ਜਿਹਦੇ ਨਾਲ ਮਰਜ਼ੀ ਕਰਦੇ ਹੋ, ਪਰ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਢਾ ਕੇ ਖੜੇ ਆ। ਸਿੰਗੜੀ ਵਾਲਾ ਜੀ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਉਹਨਾਂ ਦੇ। ਅੱਜ ਜਿਵੇਂ ਤੁਹਾਨੂੰ ਸਾਰਿਆਂ ਨੇ ਦੱਸਿਆ ਕਿ ਸਿੱਖ, ਮੁਸਲਿਮ, ਦਲਿਤ, ਈਸਾਈ ਸਾਂਝਾ ਫਰੰਟ ਦੀ ਕਾਲ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਜਿਹੜੀ ਇਹੋ ਹਿੰਦੂਤਵਾ ਸਰਕਾਰ ਵਾ ਮੋਦੀ, ਇਹਦੇ ਖਿਲਾਫ ਲਗਾਤਾਰ ਜਿਹੜਾ ਵੀ ਘੱਟ ਗਿਣਤੀਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ ਜੋ ਵੀ ਇਹਨਾਂ ਦਾ ਪ੍ਰੋਗਰਾਮ ਇਹੋ ਦਿੰਦੇ ਆ, ਉਹਦੇ ਖਿਲਾਫ ਅਸੀਂ ਹਮੇਸ਼ਾ ਹੀ ਹੁਸ਼ਿਆਰਪੁਰ ਤੋਂ ਜਿਹੜਾ ਵਿਰੋਧ ਉਹ ਕੀਤਾ ਆ। ਔਰ ਸਾਡੀ ਜਿਹੜਾ ਹੁਣ ਉੱਥੇ ਕਰਨਾਟਕ ਸਰਕਾਰ ਦੁਆਰਾ ਜਿਹੜਾ ਸਿੱਖਿਆ ਮੰਤਰੀ ਨੇ ਤੇ ਪਾਬੰਦੀ ਲਾਈ ਆ, ਤੇ ਸਾਡੀ ਉਹਦੀ ਭੈਣ ਵਾ ਜਿਸ ਤਰੀਕੇ ਨਾਲ ਉਹ ਭਗਵਾਂ ਗੁੰਡਿਆਂ ਨੇ ਜਿਸ ਤਰੀਕੇ ਨਾਲ ਉਹਦੀ ਬਦਸਲੂਕੀ ਜਿਹੜੀ ਕੀਤੀ ਆ, ਲੇਕਿਨ ਉਸ ਬਹਾਦਰ ਬੇਟੀ ਨੇ ਅੱਲਾਹ ਪਾਕ ਦੇ ਆਸ਼ੀਰਵਾਦ ਸਦਕਾ
ਉਹ ਗੁੰਡਿਆਂ ਦੇ ਸਾਹਮਣੇ ਕੱਲੀ ਜਿਹੜੀ ਉਹ ਭਿੜ ਗਈ ਔਰ ਉਸ ਬੱਚੀ ਨੇ ਪੂਰੀ ਦੁਨੀਆ ਦੇ ਉੱਤੇ ਜਿਹੜੇ ਹੱਕ ਔਰ ਸੱਚ ਲਈ ਜਿਹੜੇ ਇਨਸਾਫ ਜਿਹੜੇ ਪਸੰਦ ਲੋਕ ਆ ਉਹਨਾਂ ਦਾ ਦਿਲ ਜਿੱਤ ਲਿਆ। ਤੇ ਅਸੀਂ ਉਸ ਭੈਣ ਨੂੰ ਆਪਣਾ ਜਿਹੜਾ ਆ ਉਹ ਸਲਾਮ ਪੇਸ਼ ਕਰਦੇ ਆ, ਉਹਦੀ ਬਹਾਦਰੀ ਨੂੰ ਸਲਾਮ ਕਰਦੇ ਆ। ਤੇ ਭਗਵਾਂ ਜਿਹੜੀ ਧਾਰੀ ਜਿਹੜੀ ਉਹ ਸਰਕਾਰ ਵਾ ਉਹਨੂੰ ਚੇਤਾਵਨੀ ਦਿੰਦੇ ਆ ਬਈ ਇਹਨਾਂ ਦੀ ਜਿਹੜੀ ਸਿਆਸਤ ਆ, ਕੁਟੱਲਿਆ ਜਿਹੜੀ ਸਿਆਸਤ ਆ, ਚਣੱਕੇ ਵਾਲੀ ਜਿਹੜੀ ਸਿਆਸਤ ਆ, ਉਹ ਬਿਲਕੁਲ ਨਹੀਂ ਚੱਲਣ ਵਾਲੀ। ਕਿਉਂਕਿ ਸਾਡੇ ਲੋਕ ਜਿਹੜੇ ਆ ਸਿੱਖ, ਮੁਸਲਿਮ, ਦਲਿਤ, ਈਸਾਈ ਭਾਈਚਾਰੇ ਦੇ ਇਹ ਸਾਰੇ ਜਿਹੜੇ ਆ ਇਕਮੁੱਠ ਹੋ ਚੁੱਕੇ ਆ। ਔਰ ਇਹਦਾ ਜੇਕਰ ਇਹ ਸਰਕਾਰ ਨੇ ਇਹੋ ਜਿਹੀਆਂ ਹਰਕਤਾਂ ਬੰਦ ਨਹੀਂ ਕੀਤੀਆਂ, ਜਿਹੜਾ ਇਸ ਤੋਂ ਵੀ ਜਿਹੜਾ ਵਿਰੋਧ ਆ ਉਹ ਸਖਤ ਜਿਹੜਾ ਵਿਰੋਧ ਜਿਹੜਾ ਉਹ ਦਰਜ ਕੀਤਾ ਜਾਊਗਾ। ਸਿੰਘ ਗਰੇਵਾਲ ਜੀ, ਅਖੀਰ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਆ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੀ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕਿਉਂਕਿ ਜੋ ਮਾਹੌਲ ਵੇਖਦੇ ਆ, ਜੋ ਹਾਲਾਤ ਵੇਖ ਰਹੇ ਆ, ਮਤਲਬ ਉਹ ਤੇ ਲਗਾਤਾਰ ਅੱਗੇ ਨੂੰ ਵਧਦੇ ਜਾ ਰਿਹਾ। ਹਿੰਦੁਸਤਾਨ ਦਾ ਏਜੰਡਾ ਜਿਹੜਾ ਉਹਨਾਂ ਦਾ ਹੈਗਾ, ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਝੰਡਾ ਹੋਊਗਾ, ਸੋ ਉਹਦੇ ਵੱਲ ਨੂੰ ਵਧਦੇ ਜਾ ਰਹੇ ਆ। ਆਪਾਂ ਅਕਸਰ ਇਹ ਗੱਲ ਕਹਿੰਦੇ ਆ ਔਰ ਵੇਖਦੇ ਆ ਜਾਂ ਮਹਿਸੂਸ ਕਰਦੇ ਆ ਵੀ ਜੇ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਇਕੱਠੀਆਂ ਨਾ ਹੋਈਆਂ ਤਾਂ ਉਹ ਆਪਣੇ ਏਜੰਡੇ ਦੇ ਵਿੱਚ ਕਾਮਯਾਬ ਹੋ ਜਾਣਗੇ। ਇੱਦਾਂ ਲੱਗਦਾ ਕਈ ਵਾਰੀ ਕਿਉਂਕਿ ਉਹ ਲਗਾਤਾਰ ਅੱਗੇ ਨੂੰ ਵਧਦੇ ਜਾ ਰਹੇ ਆ ਨਾ। ਅੱਗੇ ਗੱਲ ਹੁੰਦੀ ਸੀਗੀ ਕਿ ਬਾਬਰੀ ਮਸਜਿਦ ਢਾਹ ਦਾਂਗੇ, ਤੇ ਸਾਡੇ ਲੋਕ ਕਹਿੰਦੇ ਸੀਗੇ ਕਿ ਨਹੀਂ ਇੱਦਾਂ ਨਹੀਂ ਹੋ ਸਕਦਾ, ਪਰ ਉਹਨਾਂ ਨੇ ਕਰ ਲਿਆ। ਸਾਡੇ ਲੋਕ ਕਹਿੰਦੇ ਸੀਗੇ ਕਿ ਨਹੀਂ, ਖੂਨ ਦੀਆਂ ਨਦੀਆਂ ਤਰਨੀਆਂ ਪੈਣਗੀਆਂ ਤਾਂ ਢਾਹ ਪਾਉਣਗੇ ਉਹ, ਪਰ ਉਹਨਾਂ ਨੇ ਢਾਹ ਵੀ ਲਿਆ। ਉਹਨਾਂ ਨੇ ਰਾਮ ਮੰਦਿਰ ਬਣਾਉਣਾ ਵੀ ਸ਼ੁਰੂ ਕਰ ਦਿੱਤਾ। ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਭਾਰਤ ਦੇ ਵਿੱਚ ਜੇ ਤੁਸੀਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਤਾਂ ਇਕਜੁੱਟ ਹੋ ਜਾਓ? ਕੋਈ ਸੁਨੇਹਾ? ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੀ ਉਹ ਲਗਾਤਾਰ ਆਪਣੇ ਜਿਹੜੇ ਵਿਸ਼ਵਾਸ ਦੇ ਵਿੱਚ ਜਾਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧ ਰਹੇ ਆ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਟਾਰਗੇਟ ਜਿਹੜਾ ਉਹ ਸਿੱਖ ਕੌਮ ਨੂੰ ਜਿਹੜਾ ਬਣਾਇਆ। 1947 ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕਿਹਾ ਤੇ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਦਾ ਘਾਣ ਜਿਹੜਾ ਉਹ ਕਰਨ ਦੇ ਲਈ ਬਿਉਂਤਾਂ ਗਾਉਂਦੇ ਰਹੇ। ਤੇ ਅੰਤ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿੱਥੇ ਕਾਂਗਰਸ ਸਰਕਾਰ ਜਿਹੜੀ ਜ਼ਿੰਮੇਵਾਰ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਲਈ, ਕੇਂਦਰ ਦੀ ਹਕੂਮਤ ਇੰਦਰਾ ਗਾਂਧੀ ਦੀ, ਤੇ ਉੱਥੇ ਜਿਹੜੇ ਭਗਵਾਂ ਧਾਰੀ ਜਿਹੜੇ ਉਹ ਭਾਜਪਾ ਦੇ ਆਗੂ ਸੀਗੇ, ਅਡਵਾਨੀ ਸੀਗਾ, ਵਾਜਪਾਈ ਹੋਣੀ ਸੀਗੇ, ਇਹਨਾਂ ਦਾ ਪੂਰਾ ਜਿਹੜਾ ਉਹ ਸਮਰਥਨ ਸੀ ਇਹਨਾਂ ਨੂੰ। ਤੇ ਭਵਿੱਖ ਦੇ ਵਿੱਚ ਸਾਡੀਆਂ ਜਿਹੜੀਆਂ ਘੱਟ ਗਿਣਤੀਆਂ ਕੌਮਾਂ ਆ, SC ST OBC ਤੇ ਮਿਨੋਰਟੀ ਜਿਹੜੀਆਂ ਹੈਗੀਆਂ ਆ, ਇਹ ਬਿਲਕੁਲ ਹੁਣ ਜਾਗ ਚੁੱਕੀਆਂ ਆ। ਤੇ ਲਗਾਤਾਰ ਜਿਹੜੀ ਇਕਮੁੱਠਤਾ ਜਿਹੜੀ ਆ ਸਾਡੀ ਜਿਹੜੀ ਆ ਉਹ ਮਜ਼ਬੂਤ ਹੁੰਦੀ ਜਾ ਰਹੀ ਆ। ਤੇ ਇਹ ਜਿਹੜੀਆਂ ਪਿਛਲੇ ਸਮੇਂ ਦੌਰਾਨ ਜਿਸ ਤਰੀਕੇ ਦੇ ਨਾਲ ਇਕਮੁੱਠਤਾ ਨੇ ਸਾਰੀ ਕੌਮਾਂ ਦੀ ਇਕਮੁੱਠਤਾ ਦੇ ਨਾਲ ਜਿੱਦਾਂ ਅਸੀਂ ਕਿਸਾਨ ਅੰਦੋਲਨ ਜਿੱਤਿਆ ਆ, ਇੱਦਾਂ ਹੀ ਭਵਿੱਖ ਦੇ ਵਿੱਚ ਜਿੱਦਾਂ ਅੱਜ ਇਕਮੁੱਠਤਾ ਜਿਹੜੀ ਸਾਰਿਆਂ ਨੇ ਅਸੀਂ ਦਿਖਾਈ ਆ, ਭਵਿੱਖ ਵਿੱਚ ਵੀ ਇਕਮੁੱਠਤਾ ਦੀ ਅਸੀਂ ਆਸ ਰੱਖਦੇ ਹਾਂ ਔਰ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਇਕਮੁੱਠਤਾ ਕਰਕੇ ਇਹਨਾਂ ਦਾ ਜਿਹੜਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾਵੇ। ਜ਼ਰੂਰ। ਸੋ ਅਖੀਰ ਦੇ ਵਿੱਚ ਮੈਂ ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ, ਕਿਉਂਕਿ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਕੀਤਾ ਗਿਆ ਹੈਗਾ ਸਾਂਝੇ ਤੌਰ ਦੇ ਉੱਪਰ ਕੀਤਾ ਗਿਆ। ਇਕੱਲਾ ਇਹ ਨਹੀਂ ਹੈਗਾ ਕਿ ਜਿਸ ਭਾਈਚਾਰੇ ਦੇ ਨਾਲ ਕੋਈ ਵਧੀਕੀ ਹੋਈ ਆ ਜਾਂ ਜਿਸ ਭਾਈਚਾਰੇ ਦੀ ਲੜਕੀ ਨੇ ਉਸ ਵਧੀਕੀ ਦੇ ਖਿਲਾਫ ਡਟ ਕੇ ਉਹਦਾ ਸਾਹਮਣਾ ਕੀਤਾ ਹੈਗਾ ਵੀ ਉਸ ਭਾਈਚਾਰੇ ਦੇ ਲੋਕ ਇੱਕ ਸੜਕਾਂ ਦੇ ਉੱਪਰ ਆਉਣ, ਨਹੀਂ, ਅੱਜ ਇੱਥੇ ਇਹ ਨਹੀਂ ਹੋਇਆ। ਅੱਜ ਦੇ ਇਸ ਪ੍ਰੋਟੈਸਟ ਦੇ ਵਿੱਚ ਖਾਸੀਅਤ ਇਹ ਰਹੀ ਹੈ, ਇਹਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ, ਇਹਦੇ ਵਿੱਚ ਈਸਾਈ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ, ਦਲਿਤ ਭਾਈਚਾਰੇ ਦੇ ਲੋਕ ਵੀ ਇਕੱਠੇ ਹੋਏ ਔਰ ਉਹਨਾਂ ਨੇ ਇੱਕ ਸੁਨੇਹਾ ਦਿੱਤਾ, ਉਹਨਾਂ ਨੇ ਇੱਕ ਮੈਸੇਜ ਦਿੱਤਾ, ਇੱਕ ਚੇਤਾਵਨੀ ਦਿੱਤੀ ਆ ਉਹਨਾਂ ਜ਼ਾਲਮਾਂ ਨੂੰ, ਉਹਨਾਂ ਹਕੂਮਤਾਂ ਨੂੰ, ਉਹਨਾਂ ਜ਼ਾਲਮਾਂ ਨੂੰ, ਉਹਨਾਂ ਭਗਵਾਂ ਧਾਰੀਆਂ ਨੂੰ ਕਿ ਤੁਸੀਂ ਜੇ ਇਸ ਤਰੀਕੇ ਨਾਲ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਸਟੇਟਾਂ ਦੇ ਵਿੱਚ ਜ਼ੁਲਮ ਕਰਦੇ ਹੋ ਤਾਂ ਅਸੀਂ ਉਹਨਾਂ ਜ਼ੁਲਮਾਂ ਦਾ ਸਾਹਮਣਾ ਕਰਨ ਵਾਸਤੇ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਤਿਆਰ ਖੜੇ ਆ। ਅਸੀਂ ਤੁਹਾਡੇ ਮੂਹਰੇ ਹਿੱਕਾਂ ਢਾਹ ਕੇ ਲੜਨ ਦੇ ਵਾਸਤੇ ਤਿਆਰ ਆ। ਔਰ ਸਿੰਗੜੀ ਵਾਲੇ ਜੀ ਨੇ ਜਿਹੜੀ ਗੱਲ ਆਖੀ ਹੈ ਕਿ ਇਸੇ ਤਰੀਕੇ ਦੇ ਨਾਲ ਅਸੀਂ ਭਵਿੱਖ ਦੇ ਵਿੱਚ ਵੀ ਇਕਜੁੱਟ ਹੋ ਕੇ, ਇਕਜੁੱਟ ਰਹਿ ਕੇ ਉਹਨਾਂ ਤਾਕਤਾਂ ਦਾ ਸਾਹਮਣਾ ਕਰਾਂਗੇ ਜਿਹੜੀਆਂ ਤਾਕਤਾਂ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਦੀ ਹੋਂਦ ਨੂੰ ਖਤਮ ਕਰਨ ਦੇ ਲਈ ਉਤਾਵਲੀਆਂ ਨੇ। ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਵੀਡੀਓ ਨੂੰ ਇੱਕ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਦੂਜਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਕਿ ਤੁਹਾਨੂੰ ਜੇ ਲੱਗਦਾ ਹੈ ਕਿ ਭਾਰਤ ਦੇ ਵਿੱਚ ਵਾਕਈ ਘੱਟ ਗਿਣਤੀ ਕੌਮਾਂ ਦੇ ਵਾਸਤੇ ਇੱਕ ਖਤਰੇ ਦੀ ਘੰਟੀ ਹੈ, ਉਹਨਾਂ ਦੀ ਹੋਂਦ ਹੀ ਜਿਹੜੀ ਹੈ ਖਤਰੇ ਵਿੱਚ ਪਈ ਹੋਈ ਆ, ਤਾਂ ਫਿਰ ਘੱਟ ਗਿਣਤੀ ਕੌਮਾਂ ਨੂੰ ਤੁਹਾਡੇ ਹਿਸਾਬ ਦੇ ਨਾਲ ਕੀ ਕਰਨਾ ਚਾਹੀਦਾ? ਬਹੁਤ ਬਹੁਤ ਧੰਨਵਾਦ।